ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ ਬਖਸ਼ਿਸ਼ਾਂ ਮਿਹਰਾਮਤਾਂ ਦੇ ਸਾਗਰ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪਾਤਸ਼ਾਹ ਦੀ ਪਾਵਨ ਨਿੱਘੀ ਗੋਦ ਅੰਦਰ ਚੋਜੀ ਪ੍ਰੀਤਮ ਸਰਬੰਸ ਦਾਨੀ ਬਾਜਾਂ ਵਾਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਪ੍ਰਗਟ ਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਂ ਤੇ ਗੁਰੂ ਕੀ ਪਾਵਨ ਗੋਦ ਦਾ ਨਿੱਘ ਲਹਿਰੇ ਗੁਰੂ ਸਵਾਰੇ ਖਾਲਸਾ ਜੀ ਆਓ ਸਾਹਿਬ ਨੇ ਸੁਭਾਗ ਬਖਸ਼ਿਆ ਹੈ। ਗਰੀਬ ਨਵਾਜ ਨਿਰੰਕਾਰ ਸਰੂਪ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆ ਰਹੇ ਪਾਵਨ ਆਗਮਨ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਜੂਰ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਜੀਵਨ ਬਿਰਤਾਂਤ ਜੋ ਕੁਝ ਦਿਨਾਂ ਤੋਂ ਪ੍ਰਾਰੰਭ ਹੋਏ ਹਨ, ਹਜੂਰ ਦੀਆਂ ਅਸੀਸਾਂ ਮਿਹਰਾਮਤਾਂ ਦੇ ਸਦਕਾ ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਨ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਏਮਾਨ ਹਨ। ਉਧਰ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਸਿੱਖ ਜਿਹਨੇ ਬਹੁਤ ਲੰਬੇਰਾ ਸਮਾਂ ਹਜੂਰ ਪਾਤਸ਼ਾਹ ਜੀ ਦੇ ਨਾਲ ਉਦਾਸੀਆਂ ਦੇ ਦਰਮਿਆਨ ਬਤੀਤ ਕੀਤਾ, ਗੁਰੂ ਕਾ ਪਿਆਰਾ ਸਿੱਖ ਭਾਈ ਬਾਲਾ ਸੰਧੂ ਜੀ, ਮਨ ਵਿੱਚ ਖਿਆਲ ਆਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਸਰੀਰ ਸੰਕੋਚ ਲਿਆ, ਗੁਰੂ ਨਾਨਕ ਦੇ ਦੀਦਾਰ ਕਿਵੇਂ ਹੋਣ। ਰੋਜ਼ ਆਪਣੇ ਨਾਲ ਸਾਥੀਆਂ ਦੇ ਨਾਲ ਬਾਤਾਂ ਕਰਦੇ ਨੇ। ਸੋ ਕਿਸੇ ਭਲੇ ਸਿੱਖ ਨੇ ਦੱਸਿਆ ਕਿ ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ ਨੇ। ਸੋ ਇਸ ਤਰ੍ਹਾਂ ਭਾਈ ਬਾਲਾ ਜੀ ਬੜਾ ਚਾਅ ਲੈ ਕਰਕੇ ਹਜੂਰ ਗੁਰੂ ਅੰਗਦ ਦੇਵ ਮਹਾਰਾਜ ਦੇ ਦੀਦਾਰ ਕਰਨ ਆਏ। ਜਿਵੇਂ ਹੀ ਦੀਦਾਰ ਕੀਤੇ ਮਨ ਜਿਹੜਾ ਉਹ ਪ੍ਰੇਮ ਦੇ ਵਿੱਚ ਗਦਗਦ ਹੋਇਆ। ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਪ੍ਰਾਰੰਭ ਹੋਈਆਂ। ਲੰਬੇਰਾ ਸਮਾਂ ਗੁਰੂ ਨਾਨਕ ਜੀ ਦੇ ਜੀਵਨ ਜੋ ਕੌਤਕ ਮੇਰੇ ਸਾਹਿਬ ਜੀ ਨੇ ਵਰਤਾਏ ਉਹ ਬਾਤਾਂ ਚੱਲੀਆਂ। ਗੁਰੂ ਅੰਗਦ ਦੇਵ ਮਹਾਰਾਜ ਜਦੋਂ ਸਰਵਣ ਕਰਦੇ ਨੇ ਇੱਕ ਅਗੰਮੀ ਰਸ ਦੇ ਵਿੱਚ ਖੁੱਭ ਜਾਂਦੇ ਨੇ। ਕਈ ਘੰਟੇ ਨੇਤਰ ਬੰਦ ਕਰਕੇ ਇੱਧਰ ਭਾਈ ਬਾਲਾ ਜੀ ਸੁਣਾਉਂਦੇ ਜਾਂਦੇ, ਗੁਰੂ ਅੰਗਦ ਦੇਵ ਮਹਾਰਾਜ ਸੁਣਦੇ ਜਾਂਦੇ ਨੇ। ਸੋ ਫਿਰ ਬਚਨ ਕੀਤਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਹੋ, ਉਹਨਾਂ ਦਾ ਜੀਵਨ ਬਿਰਤਾਂਤ ਬਹੁਤ ਨੇੜਿਓਂ ਹੋ ਕਰਕੇ ਤੱਕਿਆ, ਸੋ ਤੁਸੀਂ ਸਰਵਣ ਵੀ ਕਰਵਾਓ ਅਤੇ ਆਪਾਂ ਸਾਰਾ ਇਤਿਹਾਸ ਜਿਹੜਾ ਲਿਖਵਾਉਂਦੇ ਵੀ ਹਾਂ। ਸੋ ਭਾਈ ਬਾਲਾ ਜੀ ਨੇ ਬਚਨ ਕੀਤਾ, ਮਹਾਰਾਜ ਜਨਮ ਦੇ ਪਰਥਾਏ ਮੇਰੇ ਕੋਲ ਬਹੁਤਾ ਗਿਆਤ ਨਹੀਂ ਹੈ, ਮੈਨੂੰ ਜੋ ਮੈਂ ਸੁਣਿਆ ਹੈ ਮੈਂ ਇਸ ਤਰ੍ਹਾਂ ਦੱਸ ਸਕਦਾ ਹਾਂ। ਇੰਨਾ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਜਨਮ ਪੱਤਰੀ ਜਿਹੜੀ ਹੈ ਇਸ ਵਕਤ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਤੇ ਸੱਚਖੰਡ ਕੂਚ ਕਰ ਗਏ ਨੇ। ਸੋ ਉਹਨਾਂ ਦੇ ਚਾਚਾ ਜੀ ਭਾਈ ਲਾਲੂ ਜੀ ਦੇ ਘਰ ਹੈ। ਗੁਰੂ ਅੰਗਦ ਦੇਵ ਮਹਾਰਾਜ ਨੇ ਭੇਜਿਆ ਇਹਨਾਂ ਨੂੰ। ਭਾਈ ਬਾਲਾ ਜੀ ਬੜੇ ਪਿਆਰ ਨਾਲ ਕੁਝ ਸਿੱਖ ਨਾਲ ਲੈ ਕੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਦੇ ਕੋਲ ਗਏ ਨੇ। ਜਾ ਕੇ ਸਾਰੀ ਵਿਥਿਆ ਦੱਸੀ ਹੈ ਅਤੇ ਜਿਵੇਂ ਫਿਰ ਉਹਨਾਂ ਨੇ ਅੱਗੋਂ ਬਚਨ ਕਹੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਕੌਣ ਸੁਭਾਏਮਾਨ, ਉਹਨਾਂ ਦੇ ਸਪੁੱਤਰ ਹਨ ਜਾਂ ਸੇਵਕ ਨੂੰ ਗੱਦੀ ਮਿਲੀ। ਅਤੇ ਭਾਈ ਬਾਲਾ ਜੀ ਨੇ ਫਿਰ ਦੱਸਿਆ ਕਿ ਸੇਵਕ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਸੋ ਭਾਈ ਲਾਲੂ ਜੀ ਨੇ ਜਿਵੇਂ ਕਿਹਾ ਕਿ ਤੁਸੀਂ ਜਨਮ ਪੱਤਰੀ ਲੱਭ ਲੈਣਾ ਕਰੋ। ਉਹ 5 ਦਿਨ ਦੀ ਖੋਜ ਤੋਂ ਬਾਅਦ ਉਹ ਪ੍ਰਾਪਤ ਹੋਈ ਹੈ। ਸੋ ਉਹਨਾਂ ਨੇ ਤੁਰਨ ਲੱਗਿਆਂ ਨੂੰ ਬੜੇ ਪਿਆਰ ਦੇ ਨਾਲ ਕੁਝ ਮਾਇਆ ਵੀ ਭੇਟਾ ਕੀਤੀ। ਗੁਰੂ ਅੰਗਦ ਸਾਹਿਬ ਵਾਸਤੇ ਇੱਕ ਨਾਰੀਅਲ ਭੇਟਾ ਕੀਤਾ, ਆਪਣੀ ਭੇਟਾ ਦਿੱਤੀ ਅਤੇ ਵਿਦਾਇਗੀ ਦਿੱਤੀ। ਗਰੀਬ ਨਵਾਜ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਆਏ ਨੇ ਭਾਈ ਬਾਲਾ ਜੀ, ਨਾਲ ਇਹਨਾਂ ਦੇ ਨਾਲ ਪੰਨੂ ਸਿੱਖ ਸੀ। ਸੋ ਆ ਕਰਕੇ ਫਿਰ ਇਹ ਜਨਮ ਪੱਤਰੀ ਜਦੋਂ ਖੋਲ੍ਹੀ ਗਈ ਹੈ, ਇਹ ਦੇਵਨਾਗਰੀ ਸੰਸਕ੍ਰਿਤੀ ਵਿੱਚ ਹੈ। ਫਿਰ ਵਿਚਾਰ ਹੋਇਆ ਕੋਈ ਐਸਾ ਸਿੱਖ ਮਿਲੇ ਜਿਹੜਾ ਦੋਵੇਂ ਭਾਸ਼ਾ ਜਾਣਦਾ ਹੋਵੇ। ਸੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਖਡੂਰ ਸਾਹਿਬ ਭਾਈ ਪੈੜਾ ਮੋਖਾ ਜੀ ਨੂੰ ਸੱਦਾ ਭੇਜਿਆ, ਉਹ ਆਉਂਦੇ ਨੇ। ਸੋ ਫਿਰ ਜਨਮ ਪੱਤਰੀ ਜਿਹੜੀ ਹੈ ਇਹਦੀ ਲਿਖਵਾਉਣਾ ਪ੍ਰਾਰੰਭ ਹੁੰਦਾ ਹੈ ਅਤੇ ਸਾਰਾ ਇਤਿਹਾਸ ਫਿਰ ਵਰਣਨ ਹੋਇਆ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੰਸਾਰ ਦੀ ਦਸ਼ਾ ਕੀ ਸੀ ਕਿ ਘਰ ਘਰ ਦੇ ਅੰਦਰ ਕਲਯੁਗ ਜਿਹੜਾ ਹੈ ਉਹਨੇ ਆਪਣਾ ਵਰਤਾਰਾ ਜਿਹੜਾ ਵਰਤਾ ਦਿੱਤਾ ਹੈ। ਰਾਜੇ ਜਿਹੜੇ ਹਨ ਉਹ ਨਿਆਂ ਵਾਲੀ ਪੌੜੀ ਤੋਂ ਥੱਲੇ ਡਿੱਗ ਚੁੱਕੇ ਹਨ। ਪ੍ਰਜਾ ਜਿਹੜੀ ਹੈ ਉਹ ਗਿਆਨ ਤੋਂ ਬਿਨਾਂ ਅੰਨੀ ਹੋ ਚੁੱਕੀ ਹੈ। ਹਰ ਕੋਈ ਮਨੁੱਖ ਜਿਹੜਾ ਹੈ ਉਹ ਇੱਕ ਦੂਜੇ ਨੂੰ ਲੁੱਟਦਾ ਪਿਆ ਹੈ। ਹਰ ਮਨੁੱਖ ਜਿਹੜਾ ਉਹ ਵਾਸ਼ਨਾ ਦੇ ਅੰਦਰ ਗਰਕ ਗਿਆ ਹੈ। ਕਹਿਣ ਦਾ ਭਾਵ ਉਲਟੀ ਵਾੜ ਖੇਤ ਕੋ ਖਾਈ,
ਇਹ ਸਾਰੇ ਸੰਸਾਰ ਦੀ ਹਾਲਤ ਹੋਈ ਪਈ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜੀਵਨ ਬਿਰਤਾਂਤ ਪ੍ਰਾਰੰਭ ਹੋਏ, ਜਨਮ ਪੱਤਰੀ ਲਿਖਵਾਉਣੀ ਸ਼ੁਰੂ ਹੋਈ ਤੇ ਭਾਈ ਬਾਲਾ ਸਾਹਿਬ ਜੀ ਬੜੇ ਪਿਆਰ ਨਾਲ ਫਿਰ ਗੁਰੂ ਸਾਹਿਬ ਦਾ ਜੀਵਨ ਦੱਸਣ ਲੱਗੇ ਨੇ। ਇੰਜ ਆਪਾਂ ਕੱਲ੍ਹ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ, ਗੌਰ ਮਸਕੀਨ ਤਿੰਨਾਂ ਪਾਸੋਂ ਸਰਵਣ ਕੀਤਾ। ਸੋ ਆਓ ਅੱਗੇ ਜਿਵੇਂ ਭਾਈ ਬਾਲਾ ਜੀ ਸਰਵਣ ਕਰਵਾਉਣਗੇ, ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਸਰਵਣ ਕਰ ਰਹੇ ਨੇ, ਪੈੜਾ ਮੁਖਾ ਜੀ ਲਿਖ ਰਹੇ ਨੇ ਤੇ ਬੇਅੰਤ ਗੁਰਸਿੱਖ ਇੰਜ ਜਿਵੇਂ ਆਪਾਂ ਸੱਜ ਬੈਠੇ ਹਾਂ, ਇੰਜ ਮਾਲਕ ਦੀ ਹਜ਼ੂਰੀ ਅੰਦਰ ਸੱਜ ਬੈਠੇ ਨੇ। ਹਰ ਇੱਕ ਹਿਰਦਾ ਜਿਹੜਾ ਬੜੇ ਚਾਅ ਨਾਲ ਗੁਰੂ ਕੀਆਂ ਬਾਤਾਂ ਸੁਣਦਾ ਹੈ, ਬੜੀ ਇਕਾਗਰਤਾ ਨਾਲ ਸੁਣਦਾ ਹੈ, ਬੜੇ ਟਿਕਾਅ ਨਾਲ ਸੁਣਦਾ ਹੈ ਤੇ ਜਿਵੇਂ ਜਿਵੇਂ ਭਾਈ ਬਾਲਾ ਸਾਹਿਬ ਜੀ ਸੁਣਾਉਂਦੇ ਨੇ ਉਵੇਂ ਉਵੇਂ ਇਤਿਹਾਸ ਨੂੰ ਮਹਿਸੂਸ ਕਰ ਰਿਹਾ ਹੈ। ਸੋ ਆਓ ਇਤਿਹਾਸ ਦੀ ਲੜੀ ਨੂੰ ਪ੍ਰਾਰੰਭ ਕਰੀਏ। ਅਰਦਾਸ ਕਰੋ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਾਨੂੰ ਕਲਯੁਗੀ ਜੀਵਾਂ ਨੂੰ ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ। ਆਓ ਜਿਤਨੇ ਵੀ ਸਰੀਰ ਸੰਸਾਰ ਭਰ ਵਿੱਚ ਬਹਿ ਸਰਵਣ ਕਰ ਰਹੇ ਹੋ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੋਰਾ ਸੁਰ ਸਰ ਬਕਰਗਤ ਗੁਨੀ ਨਯੋ ਗਨ ਜਾਨ। ਸੋ ਕਵੀ ਸਾਹਿਬ ਜੀ, ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਸਾਹਿਬ ਜੀ ਬੜੇ ਪਿਆਰ ਨਾਲ ਪ੍ਰਾਰੰਭਤਾ ਕਰਦੇ ਨੇ। ਕਹਿੰਦੇ ਜਿਸ ਤਰ੍ਹਾਂ ਸੰਸਾਰ ਦੇ ਉੱਤੇ ਗੰਗਾ ਨਦੀ ਹੈ, ਉਹਦਾ ਜਿਹੜਾ ਸੰਸਾਰੀ ਅੱਖਾਂ ਦੇ ਸਾਹਮਣੇ ਚੱਲਣਾ ਹੈ ਉਹ ਬੜਾ ਵਿੰਗਾ ਟੇਢਾ ਹੈ, ਕਿਉਂਕਿ ਜਦੋਂ ਆਪਾਂ ਕਿਨਾਰੇ 'ਤੇ ਖੜ੍ਹ ਕੇ ਵੀ ਦੇਖਾਂਗੇ ਤੇ ਆਪਾਂ ਨੂੰ ਆਮ ਪਤਾ ਲੱਗਦਾ ਹੈ ਕਿ ਦੂਰੋਂ ਆ ਰਹੀ ਇਸ ਤਰ੍ਹਾਂ ਨਦੀ ਜਿਹੜੀ ਉਹ ਘੁੰਮ ਗਈ ਹੈ। ਇੱਥੇ ਵੀ ਜੇ ਕਦੀ ਕੰਗਨ ਘਾਟ ਸਾਹਿਬ ਜਾ ਕੇ ਦੇਖੋ ਤਾਂ ਪਤਾ ਚੱਲਦਾ ਹੈ, ਜੇ ਸੱਜੇ ਪਾਸੇ ਨੂੰ ਨਿਗਾਹ ਮਾਰੋਗੇ ਤਾਂ ਗੰਗਾ ਨਦੀ ਆਉਂਦੀ ਹੋਈ ਘੁੰਮਦੀ ਹੈ, ਫਿਰ ਉੱਥੋਂ ਦੀ ਲੰਘਦੀ ਅੱਗੇ ਜਾ ਕੇ ਫਿਰ ਵਲ ਖਾ ਜਾਂਦੀ ਹੈ। ਸੋ ਇਸ ਤਰ੍ਹਾਂ ਜਦੋਂ ਮੈਪ 'ਤੇ ਕਦੀ ਦੇਖੋ ਤਾਂ ਉਹ ਸੱਪ ਦੀ ਤਰ੍ਹਾਂ ਕਈ ਉਹਦੇ ਵਿੱਚ ਵਲ ਪੈਂਦੇ ਹਨ। ਕਵੀ ਸਾਹਿਬ ਜੀ ਕਹਿੰਦੇ ਜਿਵੇਂ ਇਹ ਨਦੀਆਂ, ਗੰਗਾ ਨਦੀ ਜਿਹੜੀ ਚੱਲਦੀ ਹੈ ਵਿੰਗੇ ਟੇਢੇ ਕਈ ਸਫ਼ਰ ਤੈਅ ਕਰਦੀ, ਪਰ ਹਰ ਮਨੁੱਖ ਜਿਹੜਾ ਹੈ ਇਹਨੂੰ ਬੜਾ ਸਤਿਕਾਰ ਜਿਹੜਾ ਉਹ ਦਿੰਦਾ ਹੈ, ਇਹਦੇ ਵਿੱਚ ਇਸ਼ਨਾਨ ਕਰਦਾ। ਗੁਣੀ ਨਾ ਔਗਣ ਜਾਣ, ਜਿਹੜੇ ਗੁਣੀ ਮਨੁੱਖ ਨੇ ਉਹ ਗੰਗਾ ਨਦੀ ਦੇ ਇਸ ਔਗਣ ਨੂੰ ਨਹੀਂ ਵੇਂਦੇ ਕਿ ਇਹ ਤਾਂ ਵਿੰਗੀ ਟੇਢੀ ਹੋ ਕੇ ਚੱਲਦੀ ਹੈ, ਇਹ ਤੇ ਕਈ ਉੱਚੇ ਨੀਵੇਂ ਥਾਵਾਂ ਤੋਂ ਹੋ ਕਰਕੇ ਆਉਂਦੀ ਹੈ। ਸਾਦਰ ਸੋ ਤਿਹ ਮਹਿ ਸਦਾ ਕਰ ਹੈ ਪਾਨ ਸਨਾਨ। ਤੇ ਕਹਿੰਦੇ ਜਿਹੜੇ ਸ਼ਰਧਾ ਵਾਲੇ ਮਨੁੱਖ ਨੇ ਨਾ, ਉਸ ਨਦੀ ਦੇ ਵਿੱਚ ਬੜੀ ਸ਼ਰਧਾ ਧਾਰਨ ਕਰਕੇ, ਬੜਾ ਉਹਦਾ ਸਤਿਕਾਰ ਕਰਕੇ ਉਹਦੇ 'ਚ ਇਸ਼ਨਾਨ ਕਰਦੇ ਨੇ। ਇਹ ਨਹੀਂ ਵੇਂਦੇ ਕਿ ਵਿੰਗੀ ਚੱਲਦੀ ਹੈ ਜਾਂ ਕਿੱਧਰੋਂ ਆ ਰਹੀ ਹੈ। ਸੋ ਕਵੀ ਸਾਹਿਬ ਜੀ ਜ਼ਿਕਰ ਕਰਦੇ, ਮੈਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਣ ਲੱਗਾ ਹਾਂ ਜਿਵੇਂ ਭਾਈ ਬਾਲਾ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਤਾਂ ਇੱਥੇ ਬੇਨਤੀ ਰੂਪ 'ਚ ਕਹਿੰਦੇ ਐ ਗੁਣੀ ਜਨੋ, ਐ ਗੁਰੂ ਕੀ ਸੰਗਤ, ਐ ਵਿਦਵਾਨ ਸਤਿਪੁਰਖੋ, ਮੇਰੀ ਲੇਖਣੀ ਦੇ ਵਿੱਚ ਕਈ ਤਰ੍ਹਾਂ ਦੇ ਔਗਣ ਹੋ ਸਕਦੇ ਨੇ, ਪਰ ਗੁਰੂ ਨਾਨਕ ਦੇ ਜੀਵਨ ਵਿੱਚ ਕੋਈ ਦੋਸ਼ ਨਹੀਂ ਹੈ। ਮੇਰੀ ਕਲਮ ਤੋਂ ਕੋਈ ਅੱਖਰ ਵੱਧ ਘੱਟ ਲਿਖਿਆ ਜਾ ਸਕਦਾ ਹੈ। ਮੈਂ ਕਾਵਿ ਰਚਨਾ ਕਰਦਿਆਂ ਹੋਇਆਂ, ਛੰਦਬੰਦੀ ਕਰਦਿਆਂ ਹੋਇਆਂ ਕੋਈ ਅੱਖਰ ਇੱਧਰ ਉੱਧਰ ਕਰ ਸਕਦਾ, ਪਰ ਤੁਸੀਂ ਮੇਰੀ ਕਵਿਤਾ ਦੇ ਦੋਸ਼ ਨਾ ਵੇਖਿਓ ਕਿ ਕਵਿਤਾ ਵਿੱਚ ਦੋਸ਼ ਹੈ। ਤੁਸੀਂ ਗੁਰੂ ਨਾਨਕ ਦੇ ਇਤਿਹਾਸ ਦਾ ਸਤਿਕਾਰ ਕਰਿਓ ਤੇ ਇਸ ਇਤਿਹਾਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰਿਓ ਤੇ ਧਾਰਨ ਕਰਨਾ ਕਰਿਓ। ਸ੍ਰੀ ਬਾਲਾ ਸੰਧੁਰਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਸੋ ਭਾਈ ਬਾਲਾ ਸਾਹਿਬ ਜੀ ਹੁਣ ਉਚਾਰਨ ਕਰਦੇ ਨੇ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ, ਭਾਈ ਬਾਲਾ ਸਾਹਿਬ ਕਹਿੰਦੇ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਹੁਣ ਅਗਲੀ ਗਾਥਾ ਜਿਹੜੀ ਉਹ ਸੁਣਨਾ ਕਰੋ। ਸ੍ਰੀ ਗੁਰ ਕਥਾ ਬਿਮਲ ਗੁਣ ਗੁਨੀਏ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮੁਬਾਰਕ ਕਥਾ ਹੈ ਬੇਮਾਲ, ਭਾਵ ਇਹ ਮਲ ਤੋਂ ਰਹਿਤ ਹੈ। ਗੁਣ ਗੁਨੀਏ, ਇਹ ਸਾਰੇ ਗੁਣਾਂ ਨੂੰ ਜਾਣਨ ਵਾਲੀ, ਭਾਵ ਗੁਣਾਂ ਦਾ ਖਜ਼ਾਨਾ ਜਾਣਨਾ ਕਰੋ। ਭਈ ਪੋਰ ਨਿਜ ਦਾਸ ਬੁਲਾਇਆ। ਜਦੋਂ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦਾ ਅਵਤਾਰ ਹੋਇਆ ਨਾ, ਉਹ ਅਵਤਾਰ ਦੀ ਕਥਾ ਆਪਾਂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਿਨ ਸਰਵਣ ਕਰਾਂਗੇ। ਸੋ ਜਦੋਂ ਅਵਤਾਰ ਹੋਇਆ, ਭਈ ਭੋਰ ਨਿਜ ਦਾਸ ਬੁਲਾਇਆ। ਹਜੂਰ ਪਾਤਸ਼ਾਹ ਜੀ ਦਾ ਜਿਵੇਂ ਹੀ ਆਗਮਨ ਹੋਇਆ, ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਨੇ ਆਪਣਾ ਇੱਕ ਦਾਸ ਸੇਵਕ ਜਿਹੜਾ ਘਰ ਦਾ ਨੌਕਰ ਜਿਹੜਾ ਹੈ ਉਹਨੂੰ ਆਵਾਜ਼ ਦੇ ਆਪਣੇ ਕੋਲ ਬੁਲਾਇਆ ਹੈ। ਤਿਜ ਵਰ ਸਦਨ ਜਾਹੋ ਤੂੰ ਤਾਇਆ। ਉਹਨੂੰ ਉਸੇ ਵੇਲੇ ਕਹਿੰਦੇ ਨੇ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਕਹਿੰਦੇ ਐ ਸੇਵਕ ਤੂੰ ਜਾ
ਤੇ ਪਤਾ ਕਿੱਥੇ ਦਿਜ ਬਰ ਜਾਹੋ। ਜਿਹੜਾ ਬ੍ਰਾਹਮਣ ਹੈ ਆਪਣਾ ਨਗਰ ਦਾ, ਜੋ ਨਾਂ ਰੱਖਦਾ ਹੈ, ਜਾਂ ਜਿਹੜਾ ਪੰਡਤ ਹਰਦਿਆਲ ਹੈ ਜਿਹਦਾ ਨਾਂ, ਤੂੰ ਉਹਦੇ ਕੋਲ ਜਾ ਤੇ ਜਾ ਕੇ ਉਹਨੂੰ ਮੇਰਾ ਸੁਨੇਹਾ ਦੇਣਾ ਕਰ। दैवग जो हरदयाल प्रवीणा। ਜਿਹੜਾ ਬਹੁਤ ਦੈਵਗ ਜੋ ਹਰਦਿਆਲ ਪ੍ਰਵੀਨ, ਜਿਹੜਾ ਬਹੁਤ ਗੁਣੀ ਹੈ, ਜੋਤਿਸ਼ ਵਿਦਿਆ ਵਿੱਚ ਬੜਾ ਪ੍ਰਵੀਨ ਹੈ, ਜਿਹੜਾ ਬਹੁਤ ਉੱਚੀ ਸੁੱਚੀ ਮੱਤ ਦਾ ਮਾਲਕ ਹੈ, ਬਹੁਤ ਵੱਡਾ ਵੇਦਾਂ ਸ਼ਾਸਤਰਾਂ ਦਾ ਗਿਆਤਾ ਹੈ, ਸੋ ਸਾਰੇ ਪਾਸਿਆਂ ਤੋਂ ਪ੍ਰਵੀਨ ਸਿਆਣਾ ਹੈ। आनो ताहि विलंब बिहीना। ਤੇ ਜਾ ਕੇ ਉਹਨੂੰ ਸੱਦਾ ਦੇਈ ਕਿ ਮਹਿਤਾ ਕਾਲੂ ਜੀ ਨੇ ਤੈਨੂੰ ਸੱਦਿਆ ਹੈ, ਤੇ ਬਿਲੰਬ ਬਹੀਨਾ, ਇਹ ਪੰਡਿਤ ਹਰਦਿਆਲ ਤੂੰ ਬਿਨਾਂ ਕੋਈ ਦੇਰੀ ਕੀਤੇ ਤੋਂ ਉਹਦੇ ਘਰੇ ਆ ਜਾਣਾ ਕਰ। सुनत दास दिज सदन सुजाई। ਦਾਸ ਨੇ ਜਿਵੇਂ ਹੀ ਇਹ ਹੁਕਮ ਸੁਣਿਆ ਹੈ, ਉਸੇ ਵੇਲੇ ਦਿਜ ਸਦਨ ਪੰਡਿਤ ਹਰਦਿਆਲ ਦੇ ਘਰ ਪਹੁੰਚਦਾ ਹੈ। दर पर तिष्ट गुहार सुनाई। ਉਹ ਸਮਾਂ ਜਿਹੜਾ ਹੈ, ਤਕਰੀਬਨ ਹਰ ਮਨੁੱਖ ਸਵੇਰੇ ਅੰਮ੍ਰਿਤ ਵੇਲੇ ਆਪਣੇ ਘਰ ਦਾ ਦਰਵਾਜ਼ਾ ਜ਼ਰੂਰ ਹੀ ਬੰਦ ਰੱਖਦਾ ਹੈ, ਅੰਦਰ ਭਾਵੇਂ ਜਾਗਦਾ ਹੈ, ਪਾਠ ਪੂਜਾ ਕਰ ਰਿਹਾ ਹੈ। ਸੋ ਇਸ ਤਰ੍ਹਾਂ ਇਹਦੇ ਵੀ ਘਰ ਦਾ ਬਾਹਰੀ ਦਰਵਾਜ਼ਾ ਜਿਹੜਾ ਉਹ ਬੰਦ ਹੈ। ਤਾਂ ਇਹ ਭੇਜਿਆ ਹੋਇਆ ਨੌਕਰ ਦਾਸ ਜਿਹੜਾ ਹੈ, ਇਹ ਉੱਥੇ ਜਾ ਕਰਕੇ ਖੜਾ ਹੋ ਗਿਆ ਹੈ। सुरतवा बचन विप्र हरदयाला। ਤੇ ਇਸ ਨੌਕਰ, ਇਸ ਸੇਵਕ ਨੇ ਜੋ ਪੰਡਿਤ ਹਰਦਿਆਲ ਹੈ, ਉਹਨੂੰ ਉੱਚੀ ਸਾਰੀ ਆਵਾਜ਼ ਦੇ ਵਿੱਚ ਜੋ ਪਿਤਾ ਜੀ ਨੇ ਵਚਨ ਕਹੇ ਹਨ ਉਹ ਸਰਵਣ ਕਰਵਾਉਣ ਲੱਗਾ। औलै दर निकस्यो तत्काला। ਜਦੋਂ ਆਵਾਜ਼ ਦਿੱਤੀ ਹੈ ਕਿ ਇਹ ਪੰਡਿਤ ਜੀ, ਮੈਂ ਪਿਤਾ ਮਹਿਤਾ ਕਲਿਆਣ ਦਾਸ ਮਹਿਤਾ ਕਾਲੂ ਜੀ ਦੇ ਘਰੋਂ ਆਇਆ ਹਾਂ ਤੇ ਮੈਂ ਤੁਹਾਨੂੰ ਕੋਈ ਸੁਨੇਹਾ ਦੇਣਾ ਹੈ, ਸੋ ਪੰਡਿਤ ਹਰਦਿਆਲ ਉਸੇ ਵੇਲੇ ਉੱਠਦਾ ਹੈ ਤੇ ਆ ਕੇ ਤਤਕਾਲ ਬਾਹਰ ਦਾ ਦਰਵਾਜ਼ਾ ਖੋਲ ਦਿੱਤਾ। दिज जो कालो मुझे पठाया। ਨਮਸਕਾਰ ਕੀਤੀ ਹੈ, ਸਤਿਕਾਰ ਕੀਤਾ ਹੈ ਪੰਡਿਤ ਦਾ, ਤੇ ਬੜੇ ਪਿਆਰ ਨਾਲ ਦੱਸਣ ਲੱਗਾ, ਦਿਜ ਜੂ ਕਾਲੂ ਮੁਝੇ ਪਠਾਇਆ, ਇਹ ਪੰਡਿਤ ਜੀ ਪਿਤਾ ਮਹਿਤਾ ਕਾਲੂ ਜੀ ਨੇ ਮੈਨੂੰ ਭੇਜਣਾ ਕੀਤਾ ਹੈ। चलो आप तत्काल बुलाया। ਤੇ ਉਹਨਾਂ ਨੇ ਤਤਕਾਲ ਤੁਹਾਨੂੰ ਬੁਲਾਇਆ ਹੈ, ਤੇ ਮੈਨੂੰ ਇੰਜ ਵੀ ਕਿਹਾ ਹੈ ਕਿ ਤੂੰ ਨਾਲ ਹੀ ਲੈ ਕੇ ਆ ਜਾਵੀਂ। ਸੋ ਮੈਂ ਸੁਨੇਹਾ ਤੁਹਾਨੂੰ ਦੇ ਰਿਹਾ ਤੇ ਤੁਸੀਂ ਸ਼ੀਘਰਤਾ ਨੇ ਮੇਰੇ ਨਾਲ ਚੱਲਣਾ ਕਰੋ। कह दिज हों आवो कर पूजा। ਪੰਡਿਤ ਹਰਦਿਆਲ ਕਹਿਣ ਲੱਗਾ ਕਿ ਐ ਭਲਿਆ, ਮੈਂ ਆਵਾਂਗਾ ਜ਼ਰੂਰ, ਤੂੰ ਸੁਨੇਹਾ ਪਹੁੰਚਾ ਦਿੱਤਾ ਹੈ, ਪਰ ਮੈਂ ਆਪਣੀ ਪੂਜਾ ਕਰ ਰਿਹਾ ਹਾਂ ਤੇ ਮੈਂ ਆਪਣੀ ਪੂਜਾ ਛੱਡ ਕੇ ਨਹੀਂ ਆ ਸਕਦਾ, ਸੋ ਮੈਂ ਪਹਿਲਾਂ ਪੂਜਾ ਕਰ ਲੈਣੀ ਕਰਾਂ। बहुर करो न कारज दूजा। ਤੇ ਫਿਰ ਮੈਂ ਇਹ ਵੀ ਵਾਅਦਾ ਕਰਦਾ, ਬਹੁਰ ਕਰੋ ਨੈ ਕਾਰਜ ਦੂਜਾ। ਇਹਦਾ ਇੱਕ ਅਰਥ ਇਹ ਹੈ ਕਿ ਮੈਂ ਜਿਵੇਂ ਹੀ ਮੇਰੀ ਪੂਜਾ ਸੰਪੂਰਨ ਹੋਏਗੀ, ਮੈਂ ਹੋਰ ਕੋਈ ਕੰਮ ਨਹੀਂ ਕਰਾਂਗਾ, ਮੈਂ ਸਿੱਧਾ ਤੁਹਾਡੇ ਘਰ ਆ ਜਾਵਾਂਗਾ। ਦੂਜਾ ਇਹਦਾ ਇਹ ਵੀ ਅਰਥ ਹੈ ਜੋ ਬੜਾ ਸਟੀਕ ਹੈ ਕਿ ਜਿੰਨਾ ਚਿਰ ਮੈਂ ਆਪਣੀ ਪੂਜਾ ਜਿਹੜੀ ਉਹ ਸੰਪੰਨ ਨਾ ਕਰ ਲਵਾਂ, ਉਹਨਾਂ ਚਿਰ ਮੈਂ ਕੋਈ ਦੂਜਾ ਕੰਮ ਨਹੀਂ ਕਰਦਾ। ਕਿੰਨਾ ਵੀ ਜ਼ਰੂਰੀ ਕੰਮ ਹੋਵੇ ਮੈਂ ਉਹਨਾਂ ਚਿਰ ਨਹੀਂ ਕਰਦਾ। ਤੂੰ ਸੁਨੇਹਾ ਲੈ ਕੇ ਆਇਆ ਜੀ ਆਇਆਂ ਨੂੰ, ਪਰ ਮੈਂ ਆਪਣੀ ਪਾਠ ਪੂਜਾ ਸੰਪੂਰਨ ਕਰਾਂਗਾ, ਫਿਰ ਮੈਂ ਜਾਵਾਂਗਾ। ਕਿੰਨੀ ਵੱਡੀ ਗੱਲ ਹੈ। ਮੈਂ ਇੱਥੋਂ ਇੱਕ ਬੇਨਤੀ ਜ਼ਰੂਰ ਕਰਾਂ ਕਿ ਕਦੀ ਵੀ ਜਦੋਂ ਅੰਮ੍ਰਿਤ ਵੇਲੇ ਆਪਾਂ ਨਿਤਨੇਮ ਕਰਦੇ ਹਾਂ ਤਾਂ ਆਮ ਅੱਜ ਕੀ ਸੁਭਾਅ ਬਣ ਚੁੱਕਾ ਹੈ, ਨਾਲੇ ਫੋਨ ਤੇ ਬਾਣੀ ਪੜ੍ਹੀ ਜਾਂਦੇ ਹੈ, ਵਿੱਚੇ ਮੈਸੇਜ ਆ ਜਾਂਦਾ, ਵਿੱਚੇ ਮੈਸੇਜ ਪੜ੍ਹਨ ਲੱਗ ਜਾਂਦੇ ਹੈ, ਫਿਰ ਕਦੀ ਜਿਹੜੀਆਂ ਚਾਰ ਪੰਕਤੀਆਂ ਯਾਦ ਹੁੰਦੀਆਂ ਉਹਨਾਂ ਨੂੰ ਜ਼ੁਬਾਨੀ ਪੜ੍ਹਨ ਲੱਗ ਜਾਂਦੇ, ਵਿੱਚੇ ਸਾਰਾ ਕੁਝ ਦੇਖਣ ਲੱਗ ਜਾਂਦੇ, ਫਿਰ ਉੱਠ ਕੇ ਕਹਿੰਦੇ ਜੀ ਬਾਣੀ ਤਾਂ ਪੜ੍ਹਦੇ ਹਾਂ ਪਰ ਮਨ ਨਹੀਂ ਟਿਕਦਾ। ਵਿੱਚੇ ਬਾਣੀ ਪੜ੍ਹੀ ਜਾਂਦੇ, ਐਸੇ ਵੀ ਵੇਖੇ, ਦੋ ਪੰਕਤੀਆਂ ਪੜ੍ਹ ਲਈਆਂ, ਫਿਰ ਦੂਜੇ ਨੂੰ ਕਹਿ ਦਿੱਤਾ ਜਾਂ ਚਾਹ ਬਣਾ ਦੇ, ਫਿਰ ਵਿੱਚੋਂ ਚਾਰ ਪੰਕਤੀਆਂ ਪੜ੍ਹ ਲਈਆਂ, ਲਿਆ ਮੇਰੇ ਕੋਲ ਰੱਖ ਕੇ ਢੱਕ ਦੇ, ਜਾਂ ਤੂੰ ਆਹ ਕਰ ਲਾ, ਤੂੰ ਉਹਨੂੰ ਉਠਾ ਦੇ, ਤੂੰ ਆਹ ਕਰ ਲਾ। ਨਾਲੇ ਨਿਤਨੇਮ ਕਰੀ ਜਾਂਦੇ, ਨਾਲੇ ਘਰ ਦਾ ਸਾਰਾ ਕੰਮ ਬੈਠਿਆਂ ਬੈਠਿਆਂ ਕਰ ਜਾਂਦੇ ਜਾਂ ਕਰਵਾ ਦਿੰਦੇ ਹਨ। ਜਿੰਜ ਵੀ ਕਰ ਲੈਂਦੇ ਨੇ ਕਿ ਚਲੋ ਪਹਿਲਾਂ ਕੰਮ ਕਰ ਰਹੀਏ, ਆ ਕੇ ਪਾਠ ਕਰ ਲਾਂਗੇ। ਪਰ ਜੋ ਕਮਾਈ ਵਾਲੇ ਗੁਰਸਿੱਖ ਨੇ, ਜਿਹੜੇ ਨੇਮ ਵਿੱਚ ਪੱਕੇ ਨੇ, ਉਹ ਆਪਣਾ ਨੇਮ ਨਹੀਂ ਛੱਡਦੇ। ਜੇ ਨੇਮ ਨਿਭ ਜਾਏ ਤਾਂ ਪ੍ਰੇਮ ਨਿਭ ਜਾਏਗਾ ਇੱਕ ਦਿਨ, ਜੇ ਨੇਮ ਟੁੱਟ ਗਿਆ ਤੇ ਪ੍ਰੇਮ ਜ਼ਰੂਰ ਟੁੱਟੇਗਾ। ਟੁੱਟੇ ਹੋਏ ਨੇਮ ਤੋਂ ਕਦੀ ਪ੍ਰੇਮ ਨਹੀਂ ਸਾਬਤ ਰਹਿ ਸਕਦਾ। ਜਿਸ ਤਰ੍ਹਾਂ ਪੰਡਿਤ ਹਰਦਿਆਲ ਕਹਿੰਦਾ ਕਿ ਮੇਰਾ ਨੇਮ ਹੈ, ਮੈਂ ਪਹਿਲਾਂ ਪਾਠ ਪੂਜਾ ਸੰਪੂਰਨ ਕਰਾਂਗਾ, ਫਿਰ ਕੋਈ ਕੰਮ ਹੋਰ ਨਹੀਂ ਕਰਾਂਗਾ, ਮੈਂ ਸਿੱਧਾ ਤੁਹਾਡੇ ਕੋਲ ਆ ਜਾਵਾਂਗਾ, ਤੇ ਜਿੰਨਾ ਚਿਰ ਮੈਂ ਪਾਠ ਨਹੀਂ ਪੂਰਾ ਕਰਦਾ ਮੈਂ ਉਹਨਾਂ ਚਿਰ ਦੂਜਾ ਕੋਈ ਕੰਮ ਨਹੀਂ ਕਰਦਾ ਹਾਂ। ਸੁਨ ਉੱਤਰ ਕੋ ਤੇ ਛਿਨ ਦਾਸਾ। ਉਹ ਜਿਹੜਾ ਦਾਸ ਸੇਵਕ ਸੀ, ਉਹ ਇਸ ਉੱਤਰ ਨੂੰ ਸੁਣ ਕਰਕੇ ਤਤਕਾਲ ਹੀ ਕਾਲੋ ਪਾਸ ਕਰੀ ਅਰਦਾਸਾ। ਵਾਪਿਸ ਮਹਿਤਾ ਕਾਲੂ ਜੀ ਦੇ ਕੋਲ ਆਇਆ ਤੇ ਕਰੀ ਅਰਦਾਸਾ।
ਬੇਨਤੀ ਰੂਪ ਵਿੱਚ ਦੱਸ ਦਿੱਤਾ ਹੈ ਕਿ ਮੈਂ ਪੰਡਤ ਜੀ ਦੇ ਘਰ ਗਿਆ ਸੀ, ਮੈਂ ਤੁਹਾਡਾ ਸੁਨੇਹਾ ਦੇ ਦਿੱਤਾ ਹੈ। ਜਵਾਬ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਪਹਿਲਾਂ ਪੂਜਾ ਸੰਪੂਰਨ ਕਰਾਂਗਾ, ਫਿਰ ਹੋਰ ਕੋਈ ਕੰਮ ਨਹੀਂ ਕਰਾਂਗਾ, ਜਿੰਨੀ ਜਲਦੀ ਹੋਇਆ ਮੈਂ ਤੁਹਾਡੇ ਘਰ ਪਹੁੰਚ ਜਾਂਦਾ ਹਾਂ। ਘਟੀ 5 ਲੋ ਅਰੁਣਾ ਕਰ ਕੈ। ਸੋ ਇਸ ਤਰ੍ਹਾਂ 5 ਘੜੀਆਂ ਜਿਹੜੀਆਂ ਬਤੀਤ ਹੁੰਦੀਆਂ ਹਨ। ਕਾਲ ਆਇਓ ਦਿਜ ਸੁਭ ਸਗੁਨ ਵਿਚਰ ਕੈ। ਇਸ ਤਰ੍ਹਾਂ 5 ਘੜੀਆਂ ਪੰਡਿਤ ਹਰਦਿਆਲ ਜੀ ਆਪਣੀ ਪੂਜਾ ਕਰਕੇ ਤੇ ਫਿਰ ਬਿਲਕੁਲ ਜਿਸ ਤਰ੍ਹਾਂ ਵੀ ਉਹਨਾਂ ਦੇ ਆਉਣ ਦਾ ਤਰੀਕਾ ਸੀ ਤਿਆਰ ਹੋ ਕੇ ਮਹਿਤਾ ਕਾਲੂ ਜੀ ਦੇ ਘਰ ਪਹੁੰਚਦੇ ਹਨ। ਕਾਲੂ ਕੋ ਸਵੈ ਸਤੈਨ ਸੁਨਾਇਓ। ਤੇ ਜਿਵੇਂ ਹੀ ਮਿਲਾਪ ਹੁੰਦਾ ਹੈ ਬਾਹਰਲੇ ਦਰਵਾਜ਼ੇ ਤੋਂ, ਤੇ ਜਿਵੇਂ ਬ੍ਰਾਹਮਣ ਆਸੀਸ ਦਿੰਦਾ ਹੈ, ਜਿਸ ਦੇ ਵੀ ਘਰ ਜਾਵੇ ਜਜਮਾਨ ਨੂੰ ਅਸੀਸ ਦਿੰਦਾ ਹੈ, ਤਾਂ ਪੰਡਿਤ ਹਰਦਿਆਲ ਨੇ ਅਸੀਸ ਬਖਸ਼ਿਸ਼ ਕੀਤੀ ਹੈ। ਦੇਖੋ ਛਾ ਕੋ ਉਰਹੁਲ ਸਾਇਓ। ਤੇ ਮਹਿਤਾ ਕਾਲੂ ਜੀ ਦਾ ਹਿਰਦਾ ਜਿਹੜਾ ਹੈ, ਸੋ ਕਾਲੂ ਕੋ ਹਿਰਦਾ ਜਿਹੜਾ ਹੈ ਉਰਹੁਲ ਛਾਇਓ, ਬਹੁਤ ਪ੍ਰਸੰਨ ਹੋਇਆ। ਦੋਹਰਾ ਦਿਜਵਰ ਕੋ ਲੈ ਅਜਰ ਮੈਂ ਸਾਦਰ ਆਸਨ ਡਾਸ। ਤੇ ਮਹਿਤਾ ਕਾਲੂ ਜੀ ਨੇ ਬੜੇ ਪਿਆਰ ਦੇ ਨਾਲ ਨਾ ਦਿਜਬਰ ਕੋ, ਉਸ ਬ੍ਰਾਹਮਣ ਨੂੰ ਜਦੋਂ ਘਰ ਦੇ ਅੰਦਰ ਲੈ ਲਿਆ, ਅਜਰ ਮੈਂ ਭਾਵ ਵਿਹੜੇ ਦੇ ਵਿੱਚ ਲੈ ਆਂਦਾ ਹੈ। ਵਿਹੜੇ ਦੇ ਵਿੱਚ ਸੋਹਣਾ ਇੱਕ ਪਲੰਗ ਜਾਂ ਮੰਜਾ ਕਹਿ ਲਓ, ਇੱਕ ਸੋਹਣਾ ਵਿਛਾਈ ਕਰਕੇ ਪਲੰਗ ਜਿਹੜਾ ਉਹ ਢਾ ਦਿੱਤਾ ਹੈ। ਤੇ ਬੇਨਤੀ ਰੂਪ ਵਿੱਚ ਕਹਿਣ ਲੱਗੇ, ਪੰਡਿਤ ਜੀ ਇਹਦੇ ਤੇ ਵਿਰਾਜਮਾਨ ਹੋਣਾ ਕਰੋ। ਬੈਠਾਇਓ ਬਹੁ ਪਾਉ ਕਰ ਆਪ ਬੈਸ ਤਿਸ ਪਾਸ। ਤੇ ਬੜੇ ਭਾਉ ਦੇ ਨਾਲ, ਬੜੇ ਪ੍ਰੇਮ ਦੇ ਨਾਲ ਪੰਡਿਤ ਨੂੰ ਉੱਥੇ ਬਿਠਾਇਆ ਤੇ ਪਿਤਾ ਮਹਿਤਾ ਕਾਲੂ ਜੀ ਆਪ ਉਹਦੇ ਨੇੜੇ ਹੋ ਕਰਕੇ ਬਹਿ ਗਏ ਹਨ। ਚੌਪਈ ਕਹਿ ਕਾਲੂ ਸੁਨ ਸਰੋਨ ਦਿਜਿੰਦੂ। ਤੇ ਬੜੇ ਪਿਆਰ ਦੇ ਨਾਲ ਮਹਿਤਾ ਕਾਲੂ ਜੀ ਉਹ ਬ੍ਰਾਹਮਣ ਨੂੰ ਕਹਿਣ ਲੱਗੇ, ਸੁਨ ਸਰੋਨਤ ਦਿੰਜੂ, ਕਿ ਇਹ ਪੰਡਿਤ ਜੀ ਪਿਆਰ ਦੇ ਨਾਲ ਬੜੇ ਧਿਆਨ ਨਾਲ ਮੇਰੀ ਇੱਕ ਗੱਲ ਸੁਣਨੀ ਕਰੋ। ਦਇਓ ਸਦਨ ਮਮ ਤਤ ਗੋਬਿੰਦੋ। ਕਿ ਅੱਜ ਅੰਮ੍ਰਿਤ ਵੇਲੇ ਉਸ ਅਕਾਲ ਪੁਰਖ ਪਰਮੇਸ਼ਰ ਨੇ, ਗੋਬਿੰਦ ਭਗਵਾਨ ਪਰਮਾਤਮਾ ਨੇ ਮੇਰੇ ਘਰ ਦੇ ਵਿੱਚ ਇੱਕ ਸੋਹਣਾ ਸਪੁੱਤਰ ਬਖਸ਼ਿਸ਼ ਕੀਤਾ ਹੈ। ਮੁਝ ਪਰ ਨਿਜ ਅਨੁਕੰਪਾ ਧਾਰੋ। ਉਸ ਪਰਮੇਸ਼ਰ ਭਗਵਾਨ ਨੇ ਮੇਰੇ ਤੇ ਬੜੀ ਕਿਰਪਾ ਧਾਰਨ ਕਰਕੇ ਮੈਨੂੰ ਪੁੱਤਰ ਦਿੱਤਾ ਹੈ। ਹੁਣ ਤੁਸੀਂ ਮੇਰੇ ਤੇ ਅਨੁਕੰਪਾ ਧਾਰੋ। ਭਗਵਾਨ ਨੇ ਤੇ ਪਰਮੇਸ਼ਰ ਨੇ ਤੇ ਕਿਰਪਾ ਕਰਤੀ, ਹੁਣ ਅਗਲੀ ਇੱਕ ਕਿਰਪਾ ਪਰਉਪਕਾਰ ਜਿਹੜਾ ਤੁਸੀਂ ਮੇਰੇ ਤੇ ਕਰਨਾ ਕਰੋ। ਸੋਧ ਮਹੂਰਤ ਲਗਨ ਵਿਚਾਰੋ। ਕਿ ਤੁਸੀਂ ਮਹੂਰਤ ਲਗਨ ਆਦਿਕ ਸਾਰਾ ਕੁਝ ਜਿਹੜਾ ਹੈ ਉਹ ਸੋਧਨਾ ਵਿਚਾਰਨਾ ਕਰਕੇ ਦੱਸਣਾ ਕਰੋ। ਭੇਦ ਸੁਭਾ ਸੁਭ ਸਭ ਲਖ ਲੀਜੈ। ਤੇ ਸ਼ੁਭ ਅਸ਼ੁਭ ਸਾਰਾ ਸਮਾਂ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਾਣ ਕਰਕੇ ਮੈਨੂੰ ਦੱਸੋ ਕਿ ਜਿਹੜਾ ਪੁੱਤਰ ਪੈਦਾ ਹੋਇਆ ਇਹ ਕਿਹੜੇ ਗੁਣਾਂ ਵਾਲਾ ਹੈ, ਇਹਦੇ 'ਚ ਕਿਹੜੇ ਕਿਹੜੇ ਗੁਣ ਅੱਗੇ ਜਾ ਕਰਕੇ ਹੋਣਗੇ, ਇਹ ਕੈਸਾ ਨਿਕਲੇਗਾ। ਹਾਲਾਂਕਿ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਇਸ ਮਹੂਰਤ ਦਾ ਕੀ ਸੰਬੰਧ ਹੈ, ਪਰ ਇਹ ਜ਼ਰੂਰ ਮੈਂ ਕਹਾਂ, ਦੇਖੋ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਸਰੀਰਕ ਸੁਰਤ ਨੂੰ ਥੋੜ੍ਹਾ ਜਿਹਾ ਸਰੀਰਕ ਤੌਰ 'ਤੇ ਅਰਬਲਾ ਉਮਰ ਦੇ ਤੌਰ 'ਤੇ ਉਤਾਂਹ ਹੁੰਦੇ ਨੇ, ਤੇ ਗੁਰੂ ਨਾਨਕ ਸਾਹਿਬ ਫਿਰ ਜਨੇਊ ਦਾ ਵੀ ਵਿਰੋਧ ਕਰਦੇ ਨੇ, ਹੋਰ ਵੀ ਸਾਰੀਆਂ ਰਸਮੋ ਰਿਵਾਜਾਂ ਦੇ ਉੱਤੇ ਚੋਟ ਮਾਰਦੇ ਨੇ। ਪਰ ਇਸ ਤੋਂ ਪਹਿਲਾਂ ਪਰਿਵਾਰ ਦੇ ਅੰਦਰ ਹਰ ਪੁਰਾਤਨ ਰੀਤੀ ਰਿਵਾਜ, ਹਰ ਹਿੰਦੂ ਧਰਮ ਦਾ ਰਸਮੋ ਰਿਵਾਜ ਜਿਹੜਾ ਉਹ ਪ੍ਰਕੰਡ ਹੈ। ਇਸ ਲਈ ਮਹਿਤਾ ਕਾਲੂ ਜੀ ਕਹਿੰਦੇ ਨੇ ਸ਼ੁਭ ਅਸ਼ੁਭ ਸਮਾਂ ਜਿਹੜਾ ਹੈ, ਲਗਨ ਮੂਰਤ ਜਿਹੜੇ ਉਹ ਸਾਰੇ ਵਿਚਾਰ ਕੇ ਜਨਮ ਪੱਤਰੀ ਜਿਹੜੀ ਹੈ ਉਹ ਦੱਸਣੀ ਕਰੋ। ਭਵ ਪਤਰੀ ਸਿੱਕੀ ਲਿਖ ਦੀਜੈ। ਇਹ ਉਪਕਾਰ ਕਰੋ ਮੇਰੇ ਤੇ ਕਿ ਇਹਦੀ ਜਨਮ ਪੱਤਰੀ ਜਿਹੜੀ ਹੈ, ਕਿਉਂਕਿ ਇਸੇ ਵੇਲੇ ਲਿਖੀ ਜਾਵੇਗੀ, ਅੱਜ ਹੀ ਜਨਮ ਹੋਇਆ ਤੇ ਅੱਜ ਹੀ ਲਿਖੀ ਜਾਵੇਗੀ। ਪੁਰਾਣੇ ਲੋਕ ਜਿਹੜੇ ਹੁੰਦੇ ਸੀ ਉਸੇ ਵਕਤ ਜਨਮ ਤਰੀਕ ਜਿਹੜੀ ਉਹ ਨੋਟ ਕਰ ਲੈਂਦੇ ਸੀਗੇ, ਤਾਂ ਉਹ ਕਹਿੰਦਾ ਵੀ ਬਾਅਦ ਵਿੱਚ ਪਤਾ ਨਹੀਂ ਸਮਾਂ ਕਿੱਧਰ ਨੂੰ ਹੋ ਜਾਏ, ਤੁਸੀਂ ਅੱਜ ਹੀ ਇਹਦੀ ਜਨਮ ਪੱਤਰੀ ਜਿਹੜੀ ਬਣਾ ਦੇਣੀ ਕਰੋ। ਕੁੰਕਮ ਕਾਗਦ ਕਾਲੂ ਆਨੋ। ਤੇ ਜਿਵੇਂ ਹੀ ਪੰਡਿਤ ਜੀ ਨੇ ਹੁਕਮ ਕੀਤਾ ਹੈ ਕਿ ਜਨਮ ਪੱਤਰੀ ਬਣਾਉਣ ਲਈ ਇੱਕ ਸਾਫ਼ ਸੋਹਣਾ ਕਾਗਜ਼ ਲਿਆਓ, ਮੰਗਵਾਓ, ਤੇ ਕੇਸਰ ਮੰਗਵਾਉਣਾ ਕਰੋ, ਕਿਉਂਕਿ ਪਹਿਲਾਂ ਕੇਸਰ ਦੇ ਨਾਲ ਉਸ ਕਾਗਜ਼ ਦੇ ਉੱਤੇ ਉਹ ਨਿਸ਼ਾਨ ਬਣਾਉਂਦੇ ਨੇ ਕੋਈ, ਸੋ ਇਹ ਸਾਰਾ ਕੁਝ ਕਰਨਾ ਹੈ, ਤਾਂ ਇਹ ਵਸਤਾਂ ਜਿਹੜੀਆਂ ਮੰਗਵਾ ਦੇਣੀਆਂ ਕਰ। ਸੋ ਪਿਤਾ ਮਹਿਤਾ ਕਾਲੂ ਨੇ ਉਸੇ ਵੇਲੇ ਮੰਗਵਾ ਲਿਆ। ਗਣਪਤ ਪੂਜ ਗ੍ਰਹਿਣ ਸਨਮਾਨੋ। ਤੇ ਪੰਡਿਤ ਨੇ ਬੜੇ ਪਿਆਰ ਦੇ ਨਾਲ ਜੋ ਗ੍ਰਹਿ ਨਛੱਤਰ ਆਦਿਕ, ਕਿਉਂਕਿ ਉਹਨਾਂ ਦੀ ਪੂਜਾ ਕਰਦਾ ਹੈ, ਸੋ ਉਹ ਕਰਦਾ ਸੀ,
ਤਾਂ ਉਹਨੇ ਸੋਹਣੇ ਤਰੀਕੇ ਦੇ ਨਾਲ ਗਣੇਸ਼ ਨੂੰ ਮਨਾਇਆ। ਜੋ ਹੋਰ ਗ੍ਰਹਿ ਨਛੱਤਰ ਆਦਿਕ ਉਹਦੀ ਜੋਤਿਸ਼ ਵਿਦਿਆ ਦੇ ਮੁਤਾਬਕ ਸਨ, ਉਹਨੇ ਸਾਰਿਆਂ ਦੀ ਪੂਜਾ ਕਰਨੀ ਕੀਤੀ। ਬਾਲਕ ਸਬਦ ਲੈ ਜੋ ਜਨਮਾ। ਫਿਰ ਬੜੇ ਪਿਆਰ ਨਾਲ ਕਹਿਣ ਲੱਗਾ ਕਿ ਮਹਿਤਾ ਕਾਲੂ, ਬਾਲਕ ਨੇ ਜਦੋਂ ਜਨਮ ਲਿਆ ਹੈ ਤੇ ਭਾਵੇਂ ਸੰਸਾਰਿਕ ਤੌਰ ਤੇ ਹਰ ਮਨੁੱਖ ਜਦੋਂ ਬੱਚਾ ਜਨਮ ਲੈਂਦਾ ਤੇ ਉਹ ਰੋਂਦਾ ਹੈ, ਪਰ ਰੋਣ ਦੇ ਵਿੱਚ ਵੀ ਬੜਾ ਫਰਕ ਹੁੰਦਾ। ਇਸ ਕਰਕੇ ਮੈਂ ਪੁੱਛਦਾ ਹਾਂ, ਕਿਉਂਕਿ ਬਾਲਕ ਨੇ ਜਦੋਂ ਜਨਮ ਲਿਆ ਤਾਂ ਉਹਨੇ ਕੀ ਸ਼ਬਦ ਕਿਹਾ ਹੈ, ਉਹਦੇ ਰੋਣ ਦਾ ਤਰੀਕਾ ਕੀ ਸੀ। ਹਾਲੇ ਉਹਨੂੰ ਨਹੀਂ ਪਤਾ ਕਿ ਬਾਲਕ ਤੇ ਰੋਇਆ ਹੀ ਨਹੀਂ ਹੈ, ਪਰ ਉਹ ਆਪਣੇ ਸੁਭਾਅ ਮੁਤਾਬਕ, ਕਿਉਂਕਿ ਉਹ ਜਿਹੜੇ ਵੀ ਘਰੇ ਜਾਂਦਾ ਉਹਦਾ ਪਹਿਲਾ ਸਵਾਲ ਹੀ ਇਹ ਹੁੰਦਾ ਸੀ ਵੀ ਬੱਚਾ ਕੀ ਬੋਲਿਆ, ਜਨਮ ਲੈਂਦੇ ਸਾਰ ਉਹਨੇ ਕੀ ਹਰਕਤ ਕੀਤੀ ਹੈ, ਕਿਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ, ਜਾਂ ਕਿਸ ਤਰ੍ਹਾਂ ਦਾ ਉਹਦਾ ਚਿਹਰਾ ਸੀ। ਸੋ ਕਈ ਪ੍ਰਕਾਰ ਦੇ ਸਵਾਲ ਉਹ ਕਰਦਾ ਸੀ। ਤਾਂ ਉਹਨੇ ਪਹਿਲਾ ਸਵਾਲ ਕੀਤਾ ਹੈ ਕਿ ਬੱਚੇ ਨੇ ਜਦੋਂ ਜਨਮ ਲਿਆ ਹੈ ਉਹਨੇ ਕਿਸ ਤਰ੍ਹਾਂ ਦਾ ਸ਼ਬਦ ਜਿਹੜਾ ਆਪਣੀ ਜ਼ੁਬਾਨ ਤੋਂ ਉਚਾਰਨ ਕੀਤਾ ਹੈ। ਸੋ ਸ਼ਬਦ ਸੁਨਾਓ ਸਰਬਨਮਾ। ਤੇ ਸਾਰਿਆਂ ਤੋਂ ਪਹਿਲਾਂ ਸ਼ਰਬਨਮਾ, ਉਹ ਮੇਰੇ ਕੰਨਾਂ ਦੇ ਵਿੱਚ ਉਹ ਸ਼ਬਦ ਜੋ ਬੱਚੇ ਨੇ ਜਨਮ ਲੈਂਦੇ ਸਰ ਬੋਲਿਆ ਹੈ। ਭਾਵ ਉਹਨੇ ਕੋਈ ਆਮ ਆਪਣੇ ਤਰ੍ਹਾਂ ਸ਼ਬਦ ਗੱਲਾਂ ਨਹੀਂ ਕੀਤੀਆਂ। ਉਹ ਰੋਇਆ ਕਿਸ ਤਰ੍ਹਾਂ ਰੋਇਆ, ਕਿਸ ਤਰ੍ਹਾਂ ਦੀ ਆਵਾਜ਼ ਉਹਨੇ ਕੱਢੀ, ਉਹ ਸਾਰਾ ਸ਼ਬਦ ਜਿਹੜਾ ਮੇਰੇ ਕੰਨਾਂ ਵਿੱਚ ਪਾਉਣਾ ਕਰੋ, ਦੱਸਣਾ ਕਰੋ। ਭਇਓ ਕਾਲ ਕਿਸ ਜਨਮ ਸੁਨਾਵੋ। ਤੇ ਫਿਰ ਕਿਸ ਵਕਤ ਜਨਮ ਹੋਇਆ, ਘੜੀ ਕਿਹੜੀ ਚੱਲਦੀ ਪਈ ਸੀ, ਕਿਹੜੇ ਪਹਿਰ 'ਚ ਜਨਮ ਹੋਇਆ, ਕਿੰਨੀਆਂ ਘੜੀਆਂ ਬਤੀਤ ਹੋ ਗਈਆਂ ਸਨ, ਉਹ ਸਾਰਾ ਕੁਝ ਮੈਨੂੰ ਦੱਸਣਾ ਕਰ। ਬੂਝੋ ਤਾਏ ਹਜੂਰ ਬੁਲਾਵੋ। ਤੇ ਮਹਿਤਾ ਕਾਲੂ, ਤੈਨੂੰ ਤੇ ਸਾਰਾ ਨਹੀਂ ਪਤਾ ਹੋਵੇਗਾ ਕਿਉਂਕਿ ਤੂੰ ਤੇ ਬਾਹਰ ਹੋਏਗਾ। ਉਸ ਵਕਤ ਤੇ ਬੀਬੀਆਂ ਹੀ ਕੋਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਕਰੋ, ਤੁਸੀਂ ਦਾਈ ਨੂੰ ਸੱਦਣਾ ਕਰੋ, ਇਹ ਦਾਈ ਹੀ ਮੈਨੂੰ ਸਾਰਾ ਕੁਝ ਦੱਸ ਸਕਦੀ ਹੈ। ਸ੍ਰੀ ਨਾਨਕ ਕੀ ਦੌਲਤ ਦਾਈ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਦਾਈ ਹੈ ਨਾ, ਉਹਦਾ ਨਾਂ ਹੈ ਦੌਲਤਾਂ ਦਾਈ, ਜਿਹੜੀ ਸੰਸਾਰਿਕ ਤੌਰ ਤੇ ਪਹਿਲਾਂ ਬੜੀ ਗਰੀਬ ਸੀ, ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸੀ ਉਸ ਦਿਨ ਅਸਲ ਵਿੱਚ ਉਹ ਕਹਿੰਦੀ ਸੀ ਮੇਰਾ ਨਾਂ ਦੌਲਤਾਂ ਸੀ, ਪਰ ਅੱਜ ਮੈਂ ਦੌਲਤ ਵਾਲੀ ਹੋਈ ਹਾਂ। ਸੋ ਉਹ ਦੌਲਤਾਂ ਦਾਈ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਦੀਦਾਰ ਕੀਤੇ ਹਨ। ਸੋ ਕਾਲੋ ਤਤਕਾਲ ਬੁਲਾਈ। ਸੇਵਕ ਨੂੰ ਹੁਕਮ ਕੀਤਾ, ਜਾ ਦੌਲਤਾਂ ਦਾਈ ਨੂੰ ਸੱਦ ਕੇ ਲਿਆਉਣਾ ਕਰ। ਸੇਵਕ ਗਿਆ, ਉਹਨੇ ਤਤਕਾਲ ਦੌਲਤਾਂ ਦਾਈ ਨੂੰ ਦੱਸਿਆ ਬਾਹਰ ਤੈਨੂੰ ਬੁਲਾ ਰਹੇ ਨੇ। ਸੋ ਤਤਕਾਲ ਦੌਲਤਾਂ ਦਾਈ ਆ ਪਹੁੰਚਦੀ ਹੈ। ਪੱਠੇ ਦਾਸ ਸਭ ਸੌਂਜ ਮੰਗਾਈ। ਤੇ ਨਾਲ ਹੀ ਹੋਰ ਜਿਹੜੇ ਸੇਵਕ ਨੌਕਰ ਸਨ ਕਰਦੇ, ਕਿਉਂਕਿ ਪਟਵਾਰੀ ਨੇ ਮਹਿਤਾ ਕਾਲੂ ਜੀ ਬੜੇ ਨੌਕਰ ਚਾਕਰ ਨੇ ਕਰੇ। ਸੋ ਬਾਕੀਆਂ ਨੂੰ ਭੇਜਿਆ ਕਿ ਹੁਣ ਜਨਮ ਪੱਤਰੀ ਬਣਾਉਣੀ ਹੈ, ਪੂਜਾ ਕਰਨੀ ਹੈ, ਬਾਕੀ ਵੀ ਜਿਹੜੀਆਂ ਰਸਦਾਂ ਹਨ ਉਹ ਤੁਸੀਂ ਜਲਦੀ ਲੈ ਆਉਣੀਆਂ ਕਰੋ ਬਾਜ਼ਾਰੋਂ। ਜੋ ਜੋ ਦਿਜ ਬਰ ਦੀਨ ਰਜਾਈ। ਜੋ ਵੀ ਪੰਡਤ ਨੇ ਲਿਖ ਕੇ ਦਿੱਤਾ ਸੀ, ਹੁਕਮ ਕੀਤਾ ਸੀ ਵੀ ਮੈਨੂੰ ਜਨਮ ਪੱਤਰੀ ਵਾਸਤੇ ਆ ਫਲਾਣੀਆਂ ਵਸਤੂਆਂ ਜਿਹੜੀਆਂ ਲੋੜੀਂਦੀਆਂ ਹਨ ਉਹ ਮੰਗਵਾਓ, ਤਾਂ ਮਹਿਤਾ ਕਾਲੂ ਜੀ ਨੇ ਕੁਝ ਸੇਵਕਾਂ ਨੂੰ ਹੁਕਮ ਦੇ ਕੇ ਭੇਜ ਦਿੱਤਾ। ਦੋਹਰਾ ਗ੍ਰਹਿ ਪਿਖੇ ਕਕ ਕੀ ਵਸਤ ਸਭ ਕਾਲੂ ਤੈ ਤੇ ਲਿਆਏ। ਇਸ ਤਰ੍ਹਾਂ ਫਿਰ ਕਾਲੂ ਤਹਿ ਤੇ ਲਿਆਏ। ਉਹ ਸੇਵਕ ਲੈ ਆਏ ਨੇ ਮਹਿਤਾ ਕਾਲੂ ਜੀ ਦੇ ਕੋਲ। ਗ੍ਰਹਿ ਬਿਖੇਕ ਕੀ ਭਾਵ ਅਭਿਸ਼ੇਕ ਕਰਨਾ, ਜੋ ਪੂਜਾ ਕਰਨੀ, ਉਹ ਸਾਰੀਆਂ ਵਸਤੂਆਂ ਪਹੁੰਚ ਜਾਂਦੀਆਂ ਹਨ। ਬੌਰੋ ਬੈਸਿਓ ਪਾਸ ਬਿਪ ਬਦਨੈ ਬਚਨ ਅਲਾਏ। ਤੇ ਫਿਰ ਇਹ ਸਾਰਾ ਕੁਝ ਕਰਵਾ ਕੇ, ਕਿਉਂਕਿ ਇੱਕ ਵਾਰ ਉੱਠ ਗਏ ਸੀਗੇ, ਸੇਵਕਾਂ ਨੂੰ ਹੁਕਮ ਦੇਣ ਲੱਗੇ, ਸਮਝਾਉਣ ਲੱਗੇ ਜਾ ਕੇ, ਹੁਣ ਵਾਪਿਸ ਆ ਕੇ ਫਿਰ ਪਿਤਾ ਜੀ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਦੇ ਲਾਗੇ ਨੇੜੇ ਹੋ ਬਹਿ ਜਾਂਦੇ ਹਨ। ਚੌਪਈ ਘਟੀ ਇੱਕ ਦੋ ਜਾ ਮਿੱਤਰ ਜਾਮਾ। ਬਸ ਇਸ ਤਰ੍ਹਾਂ ਇੱਕ ਦੋ ਘੜੀਆਂ ਜਿਹੜੀਆਂ ਨੇ ਉਹ ਬਤੀਤ ਹੁੰਦੀਆਂ ਹਨ। ਬਿਤੀ ਹੋਤੀ ਸਿਸ ਪਬ ਅਭਿਰਾਮਾ। ਇਸ ਤਰ੍ਹਾਂ ਇੱਕ ਦੋ ਘੜੀਆਂ ਜਿਹੜੀਆਂ ਸੀ ਬਤੀਤ ਹੋਈਆਂ ਸੀ, ਜਿਸ ਵਕਤ ਮਹਿਤਾ ਕਾਲੂ ਜੀ ਦੱਸਦੇ ਨੇ ਬਾਲਕ ਨੇ ਜਨਮ ਲੈਣਾ ਕੀਤਾ। ਕੌਣ ਸ਼ਬਦ ਲੈ ਉਪਜਿਓ ਬਾਲਕ। ਉਹ ਫਿਰ ਪੁੱਛਦਾ ਹੈ ਕਿ ਚਲੋ ਸਮਾਂ ਤੇ ਤੁਸੀਂ ਮੈਨੂੰ ਦੱਸ ਦਿੱਤਾ ਹੈ, ਪਰ ਜਿਹੜਾ ਸ਼ਬਦ ਇਹਨੇ ਉਚਾਰਨ ਕੀਤਾ ਉਹ ਜ਼ਰੂਰ ਮੈਨੂੰ ਦੱਸਣਾ ਕਰੋ। ਭਾਏ ਬਤਾਵੋ ਸੋ ਤਤਕਾਲਕ। ਤਤਕਾਲ ਦਾਈ ਨੂੰ ਸੱਦੋ ਤਾਂ ਕਿ ਆ ਕਰਕੇ ਮੈਨੂੰ ਦੱਸ ਦੇਣਾ ਕਰੇ। ਬੋਲੀ ਬਚਨ ਦੌਲਤਾਂ ਦਾਈ। ਦੌਲਤਾਂ ਦਾਈ ਆ ਪਹੁੰਚੀ ਹੈ। ਫਿਰ ਉਹਨੂੰ ਪੰਡਿਤ ਜੀ ਪੁੱਛਣ ਲੱਗਦੇ ਨੇ ਕਿ ਇਹ ਦਾਈ, ਤੇਰੇ ਹੱਥਾਂ ਵਿੱਚ ਬਾਲਕ ਨੇ ਜਨਮ ਲਿਆ ਹੈ, ਤੂੰ ਮੈਨੂੰ ਥੋੜਾ ਜਿਹਾ ਇਸ਼ਾਰਾ ਦੇ
ਕਿ ਬਾਲਕ ਨੇ ਕਿਸ ਤਰ੍ਹਾਂ ਦਾ ਸ਼ਬਦ ਕਹਿਣਾ ਉਚਾਰਨ ਕਰਨਾ ਕੀਤਾ। ਸੁਨੋ ਬ੍ਰਤਾਂਤ ਹੋ ਦਿਜਰਾਈ। ਤੇ ਦੌਲਤਾਂ ਹੱਥ ਜੋੜੇ ਨੇ, ਇੱਕ ਅਗੰਮੀ ਰਸ ਦੇ ਵਿੱਚ, ਇੰਜ ਕਹਿ ਲਓ ਕਿਸੇ ਸਮਾਧ ਵਿੱਚ ਚਲੀ ਗਈ ਹੈ ਤੇ ਕਹਿਣ ਲੱਗੀ, ਐ ਦਿਜ ਰਾਈ, ਐ ਪੰਡਤਾਂ ਦੇ ਰਾਜੇ, ਭਾਵ ਬ੍ਰਾਹਮਣਾਂ ਦੇ ਵਿੱਚੋਂ ਸ੍ਰੇਸ਼ਟ ਬ੍ਰਾਹਮਣ ਹਰਦਿਆਲ ਜੀ, ਤੁਸੀਂ ਇਹ ਸਾਰਾ ਬਿਰਤਾਂਤ ਸੁਣਨਾ ਕਰੋ। ਬੌਸ ਇਸ ਜਨਮੇ ਮਮ ਕਰ ਮਾਹੀ। ਕਿ ਮੇਰੇ ਇਹਨਾਂ ਹੱਥਾਂ ਦੇ ਵਿੱਚ ਬਹੁਤ ਬੱਚਿਆਂ ਨੇ ਅੱਜ ਤੱਕ ਜਨਮ ਲਿਆ ਹੈ, ਕਿਉਂਕਿ ਮੈਂ ਇੱਥੋਂ ਦੀ ਪੁਰਾਣੀ ਦਾਈ ਹਾਂ ਤੇ ਪਤਾ ਨਹੀਂ ਇਸ ਨਗਰ 'ਚ ਆਸੇ-ਪਾਸੇ ਦੇ ਨਗਰਾਂ ਤੱਕ ਕਿੰਨੇ ਕੁ ਬੱਚੇ ਜਿਹੜੇ ਮੇਰੇ ਹੱਥਾਂ ਵਿੱਚ ਜਨਮ ਲੈ ਚੁੱਕੇ ਹਨ। ਜ਼ਹ ਅਚਰਜ ਕਵ ਦੇਖਿਓ ਨਾਹੀ। ਪਰ ਮੈਂ ਅੱਜ ਜਿਹੜਾ ਅੰਮ੍ਰਿਤ ਵੇਲੇ ਕੌਤਕ ਦੇਖਿਆ ਹੈ, ਜਿਹੜਾ ਮੈਂ ਅਚਰਜਤਾ ਨਾਲ ਭਰਿਆ ਕੌਤਕ, ਇਹ ਹੈਰਾਨੀ ਭਰੀ ਖੇਡ ਜਿਹੜੀ ਮੇਰੀਆਂ ਅੱਖਾਂ ਦੇ ਸਾਹਮਣੇ ਵਰਤੀ ਹੈ। ਪੰਡਿਤ ਜੀ, ਮੇਰੀ ਉਮਰ ਲੰਘ ਗਈ ਹੈ ਸਾਰੀ ਕਿਰਿਆ ਕਰਦਿਆਂ, ਇਹ ਸਾਰਾ ਕੁਝ ਜੀਵਨ 'ਚ ਕੰਮ ਕਰਦਿਆਂ, ਪਰ ਇਸ ਤਰ੍ਹਾਂ ਦਾ ਕੌਤਕ, ਇਸ ਤਰ੍ਹਾਂ ਦੀ ਖੇਡ ਇਹ ਅੱਜ ਤੱਕ ਮੈਂ ਕਦੀ ਨਹੀਂ ਦੇਖਣਾ ਕੀਤੀ। ਦੀਰਘ ਨਰ ਜੋ ਬਿਗਸ ਮਿਲੇ ਹੈ। ਜਿਸ ਤਰ੍ਹਾਂ ਦੋ ਦੀਰਘ ਨਰ, ਜਿਵੇਂ ਆਮ ਦੋ ਵੱਡੇ ਸਿਆਣੇ ਮਨੁੱਖ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਜਿਵੇਂ ਬੜਾ ਖੁਸ਼ ਹੋ ਕਰਕੇ ਮਿਲਦੇ ਹਨ, ਤਿਉ ਇਨਕੇ ਨੇ ਸ਼ਬਦ ਭਲੇ ਹੈ। ਕਮਾਲ ਹੈ, ਬਾਲਕ ਨੇ ਜਦੋਂ ਜਨਮ ਲਿਆ ਹੈ, ਨਾ ਇਹ ਰੋਇਆ, ਨਾ ਇਹ ਚੁੱਪ ਕਰਕੇ ਆਇਆ। ਵੀ ਕਈ ਬੱਚੇ ਹੁੰਦੇ ਨੇ ਅੱਜ ਵੀ, ਉਹ ਰੋਂਦੇ ਨਹੀਂ, ਫਿਰ ਡਾਕਟਰ ਇਲਾਜ ਸ਼ੁਰੂ ਕਰਦੇ ਵੀ ਬੱਚਾ ਰੋਇਆ ਕਿਉਂ ਨਹੀਂ ਹੈ, ਇਹਦਾ ਇਲਾਜ ਕਰੋ। ਤਾਂ ਕਹਿੰਦੀ ਨਾ ਇਹ ਰੋਇਆ, ਨਾ ਇਹ ਚੁੱਪ ਕੀਤਾ ਰਿਹਾ ਵੀ ਬਿਲਕੁਲ ਸ਼ਾਂਤੀ ਰਹਿ ਗਿਆ, ਨਹੀਂ, ਇਹ ਮੈਨੂੰ ਦੇਖ ਕੇ ਹੱਸਿਆ, ਤੇ ਹੱਸਿਆ ਇੰਜ ਜਿਵੇਂ ਦੋ ਸਿਆਣੇ ਮਨੁੱਖ ਇੱਕ ਦੂਜੇ ਨੂੰ ਮਿਲ ਕੇ ਖੁਸ਼ੀ ਜ਼ਾਹਰ ਕਰਦੇ ਨੇ। ਚਲੋ ਮੈਂ ਤਾਂ ਉਮਰ ਦੇ ਤੌਰ 'ਤੇ ਸਿਆਣੀ ਹਾਂ, ਪਰ ਇਸ ਬੱਚੇ ਦਾ ਸਰੀਰ ਤੇ ਹਾਲੇ ਕੁਝ ਘੰਟਿਆਂ ਦਾ ਹੀ ਕਹਿ ਸਕਦੇ, ਦਿਨਾਂ ਦਾ ਵੀ ਨਹੀਂ ਹੈ। ਪਰ ਇਹ ਜਿਵੇਂ ਹੀ ਇਸ ਬਾਲਕ ਨੇ ਜਨਮ ਲਿਆ, ਮੇਰੇ ਵੱਲ ਦੇਖ ਕੇ ਇੰਜ ਮੁਸਕਰਾਇਆ ਜਿਵੇਂ ਬਹੁਤ ਚਿਰਾਂ ਤੋਂ ਅਸੀਂ ਜਾਣਦੇ ਹੋਈਏ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ। ਤੇ ਇਹ ਸਾਰੇ ਸ਼ੁਭ ਲੱਛਣ ਜਿਹੜੇ ਨੇ ਇਹਦੇ ਸਾਰੇ ਸਰੀਰ ਦੇ ਵਿੱਚ ਮੈਂ ਦੇਖੇ। ਭਾਵ ਇਹ ਨਹੀਂ ਕਿ ਇਕੱਲੇ ਮੁਖ ਤੋਂ ਮੁਸਕਰਾਇਆ, ਇਹਦੇ ਸਾਰੇ ਸਰੀਰ ਦੇ ਵਿੱਚ ਸੋਹਣੀ ਹਰਕਤ ਹੋਈ ਹੈ, ਹੱਥ ਹਿਲਾਏ, ਸੋਹਣੇ ਪੈਰ ਹਿਲਾਏ, ਇਸ ਤਰ੍ਹਾਂ ਬਹੁਤ ਸ਼ੁਭ ਲੱਛਣ ਜਿਹੜੇ ਨੇ ਉਹ ਮੈਂ ਦੇਖਣਾ ਕੀਤੇ। ਆਨ ਨਰਨ ਜੋ ਨਰ ਇਹ ਨਾਹੀ। ਤੇ ਪੰਡਿਤ ਜੀ, ਮੈਂ ਕੋਈ ਬਹੁਤੀ ਸਿਆਣੀ ਨਹੀਂ ਹਾਂ, ਤੁਸੀਂ ਜੋਤਸ਼ੀ ਹੋ, ਤੁਸੀਂ ਬੜੇ ਵਿਦਵਾਨ ਹੋ, ਸਭ ਗ੍ਰਹਿ ਨਛੱਤਰ ਜਾਣਦੇ ਹੋ, ਮੈਂ ਬਹੁਤੀ ਸਿਆਣੀ ਤਾਂ ਨਹੀਂ ਹਾਂ, ਪਰ ਮੇਰੀ ਭਾਵਨਾ, ਮੇਰਾ ਅਕੀਦਾ, ਸ਼ਰਧਾ ਕਹਿ ਰਹੀ ਹੈ ਕਿ ਇਸ ਬਾਲਕ ਨੇ ਜਨਮ ਲਿਆ, ਇਹ ਆਨ ਨਰਨ ਸਮ ਨਾਹੀ, ਇਹ ਆਮ ਮਨੁੱਖਾਂ ਵਰਗਾ ਨਹੀਂ ਹੈ। ਇਸ ਧਰਤੀ ਤੇ ਕਰੋੜਾਂ ਲੋਕੀ ਜਨਮ ਲੈਂਦੇ ਨੇ, ਪਰ ਮੈਂ ਆਪਣੀ ਸ਼ਰਧਾ ਵਸ ਕਹਿੰਦੀ ਹਾਂ ਕਿ ਕੋਈ ਸਧਾਰਨ ਆਮ ਮਨੁੱਖਾਂ ਵਰਗਾ ਬਾਲਕ ਨਹੀਂ ਹੈ। ਦੋਹਰਾ ਸੁਨ ਦਿਜ ਬਰ ਸਭ ਬਚਨ ਕੋ ਜੋ ਤਿਸ ਕੀਨ ਵਿਚਾਰ। ਜਦੋਂ ਦੌਲਤਾ ਦਾਈ ਨੇ ਇਹ ਸ਼ਬਦ ਕਹੇ ਤਾਂ ਪੰਡਿਤ ਸੁਣ ਕੇ ਹੁਣ ਉਹਦੀ ਜੋਤਿਸ਼ ਵਿਦਿਆ ਜੋ ਕਹਿੰਦੀ ਹੈ, ਉਹ ਆਪਣੀ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਫਿਰ ਗ੍ਰਹਿ ਨਛੱਤਰ ਆਦਿਕ ਜਿਹੜੇ ਉਹ ਸੋਧਣ ਲੱਗਾ, ਗਿਣਨ ਲੱਗਾ, ਵਿਚਾਰ ਕਰਨ ਲੱਗਾ। ਸੁਭ ਨਛੱਤਰ ਸੁਭ ਕਾਲ ਮੈਂ ਸੁਭ ਥਿਤ ਪੁਨ ਸੁਭ ਬਾਰ। ਤੇ ਮਨ 'ਚ ਵਿਚਾਰਦਾ ਹੈ ਕਿ ਜਿਸ ਵਕਤ ਬਾਲਕ ਦਾ ਜਨਮ ਹੋਇਆ ਉਹ ਨਛੱਤਰ ਵੀ ਸ਼ੁਭ ਹੈ, ਜਿਸ ਦਿਨ ਜਨਮ ਹੋਇਆ ਇਹ ਦਿਨ ਵੀ ਸ਼ੁਭ ਹੈ, ਉਹ ਪਹਿਰ ਵੀ ਸ਼ੁਭ ਹੈ, ਅੱਜ ਦੀ ਜਿਹੜੀ ਤਾਰੀਖ ਥਿਤ ਹੈ ਇਹ ਵੀ ਬੜੀ ਭਲੀ ਹੈ। ਤੇ ਜਿਸ ਤਰ੍ਹਾਂ ਇਸ ਦਾਈ ਨੇ ਬਾਲਕ ਦੇ ਲੱਛਣ ਦੱਸੇ ਨੇ, ਉਹ ਲੱਛਣ ਵੀ ਬੜੇ ਭਲੇ ਹਨ। ਚੌਪਈ ਭਲੇ ਲਗਨ ਮੈਂ ਬਾਲਕ ਜਨਮਾ। ਕਹਿੰਦਾ ਇਹ ਬਾਲਕ ਤੇ ਬੜੇ ਭਲੇ ਲਗਨ ਦੇ ਵਿੱਚ ਇਹਨੇ ਜਨਮ ਲਿਆ। ਇਸ ਲਗਨ ਮੁਹੂਰਤ ਦੇ ਵਿੱਚ ਤਾਂ ਆਮ ਮਨੁੱਖ ਕਦੇ ਜਨਮ ਹੀ ਨਹੀਂ ਲੈਂਦਾ। ਬਿਦੁਖ ਵਿਚਾਰ ਕਰਤ ਬੋ ਮਨ ਮਾ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਪੰਡਿਤ ਵਿਚਾਰ ਕਰਦਾ ਹੈ ਕਿ ਬਾਲਕ ਤੇ ਬਹੁਤ ਗੁਣੀ ਪ੍ਰਤਾਪੀ ਹੋਏਗਾ, ਕਿਉਂਕਿ ਇਹਨੇ ਇਸ ਭਲੇ ਲਗਨ ਦੇ ਵਿੱਚ, ਇਸ ਸਥਿਤ ਦੇ ਵਿੱਚ, ਇਸ ਪਹਿਰ ਦੇ ਵਿੱਚ, ਇਸ ਦਿਨ ਦੇ ਵਿੱਚ ਸਾਰਾ ਕੁਝ ਇੱਕ ਥਾਂ ਤੇ ਇਕੱਠਾ ਹੋ ਗਿਆ ਜੋ ਸ਼ੁਭ ਸ਼ਗਨ ਸਨ, ਤਾਂ ਇਸ ਬਾਲਕ ਨੇ ਜਨਮ ਲਿਆ ਹੈ। ਜੈਸਿਸ ਹੈ ਅਵਤਾਰ ਕੋ। ਤੇ ਮਨ 'ਚ ਵਿਚਾਰ ਆਉਂਦਾ ਹੈ ਇਹ ਬਾਲਕ ਜਿਹੜਾ ਕੋਈ ਸਧਾਰਨ ਬਾਲਕ ਨਹੀਂ ਹੋਏਗਾ। ਹੁਣ ਸੋਚੀਏ ਕਿ ਜੇ ਇੱਕ ਆਮ ਦਾਈ ਇਹ ਅੰਦਾਜ਼ਾ ਲਾ ਸਕਦੀ ਹੈ ਕਿ ਸਧਾਰਨ ਬਾਲਕ ਨਹੀਂ, ਤਾਂ ਪੰਡਿਤ ਹਰਦਿਆਲ ਤੇ ਕਿਤਨਾ ਵਿਦਵਾਨ ਪੁਰਖ ਹੈ। ਸੋ ਇਸ ਕਰਕੇ ਉਹਦਾ ਮਨ ਵੀ ਹੁਣ ਇਸ ਗੱਲ ਨੂੰ ਮੰਨ ਗਿਆ ਕਿ ਇਹ ਅਵਤਾਰਨ ਕੋ, ਇਹ ਕੋਈ ਬਹੁਤ ਵੱਡਾ ਅਵਤਾਰੀ ਪੁਰਖ, ਕੋਈ ਮਹਾਨ ਜਪੀ ਤਪੀ, ਕੋਈ ਅਕਾਲ ਪੁਰਖ ਦੇ ਘਰੋਂ, ਪਰਮੇਸ਼ਰ ਦੇ ਘਰੋਂ ਨਿਵਾਜਿਆ ਹੋਇਆ ਇਸ ਧਰਤੀ ਤੇ ਅੱਜ ਆਇਆ ਹੈ। ਵੱਡੇ ਭਾਗ ਕਾਲੂ ਕੇ ਹੋ। ਮਨ 'ਚ ਸੋਚਦਾ ਹੈ
ਸਾਡੀ ਨਗਰੀ ਤਾਂ ਧਨ ਹੋਈ ਹੈ, ਪਰ ਕਾਲੂ ਦੇ ਵੀ ਬੜੇ ਵੱਡੇ ਭਾਗ ਹਨ। ਕਹਿ ਬਿਦ ਵਿਸ਼ਨੂੰ ਕਹਿ ਸਿਵ ਪਵਲੀਨੇ। ਹੁਣ ਇਹਨੂੰ ਪਤਾ ਨਹੀਂ ਕਿ ਇਹ ਕੌਣ ਹੈ, ਪਰ ਇਹਦੇ ਅੰਦਾਜ਼ੇ ਜਾਂ ਇਹਦੀ ਸ਼ਰਧਾ ਕਹਿੰਦੀ ਹੈ ਕਿ ਐਸਾ ਵੀ ਹੋ ਸਕਦਾ ਹੈ ਕਿਤੇ ਵਿਸ਼ਨੂੰ ਭਗਵਾਨ ਨੇ ਅਵਤਾਰ ਲੈ ਲਿਆ ਹੋਵੇ, ਕਿਉਂਕਿ ਉਹਨਾਂ ਦੀ ਪੂਜਾ ਕਰਨ ਵਾਲਾ ਹੈ। ਸੋ ਜੋ ਜਿਸ ਦੀ ਪੂਜਾ ਕਰਦਾ ਹੋਏਗਾ ਉਹ ਉਸੇ ਦੇ ਅਵਤਾਰ ਨੂੰ ਪਹਿਲ ਦੇਵੇਗਾ। ਕਹਿੰਦਾ ਇਹ ਵੀ ਹੋ ਸਕਦਾ ਹੈ ਸ਼ਾਇਦ ਸ਼ਿਵ ਜੀ ਨੇ ਅਵਤਾਰ ਲੈ ਲਿਆ ਹੋਵੇ, ਸ਼ਾਇਦ ਵਿਸ਼ਨੂੰ ਨੇ ਅਵਤਾਰ ਲਿਆ ਹੋਵੇ, ਕੋਈ ਪਤਾ ਨਹੀਂ ਪਰਮਾਤਮਾ ਕਿਸ ਅਵਤਾਰ ਵਿੱਚ ਅੱਜ ਆ ਗਿਆ ਹੈ। ਜੁਗਤ ਉਦਾਹਰਨ ਲੱਛਣ ਚੀਨੋ। ਕਿਉਂਕਿ ਇਹ ਸਾਰੇ ਲੱਛਣ ਜਿਹੜੇ ਨੇ ਇਹ ਮੈਨੂੰ ਇਹੀ ਸੰਕੇਤ ਅੰਦਾਜ਼ਾ ਦੇ ਰਹੇ ਹਨ ਕਿ ਪਰਮੇਸ਼ਰ ਦਾ ਕੋਈ ਅਵਤਾਰ ਹੈ, ਪਰ ਇਹਨੂੰ ਸ਼ਾਇਦ ਇਹ ਨਹੀਂ ਪਤਾ ਕਿ ਭਲਿਆ ਅਵਤਾਰ ਤੇ ਪਰਮੇਸ਼ਰ ਨੇ ਪਹਿਲਾਂ ਬੜੇ ਲੈ ਲਏ ਨੇ। ਅੱਜ ਤੇ ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ। ਅੱਜ ਤੇ ਪਰਮੇਸ਼ਰ ਆਪ ਹੀ ਆਪਣਾ ਇਹ ਪੰਜ ਭੂਤਕ ਸਰੀਰ ਮਨੁੱਖਾ ਦੇਹੀ ਲੈ ਕਰਕੇ ਆਇਆ, ਉਹਨੇ ਅਵਤਾਰ ਨਹੀਂ ਧਾਰਿਆ, ਉਹ ਆਪ ਹੀ ਅੱਜ ਆ ਪ੍ਰਗਟ ਹੋਇਆ ਹੈ। ਸੋ ਇਹਦੀ ਸ਼ਰਧਾ ਕਹਿ ਰਹੀ ਹੈ ਕਿ ਸ਼ਾਇਦ ਪਰਮੇਸ਼ਰ ਕਿਸੇ ਅਵਤਾਰ ਨੂੰ ਭੇਜਿਆ ਹੈ। ਆਤ ਪੱਤਰ ਇਸ ਸੀਸ ਚੁਲਾਰੇ। ਤੇ ਹੁਣ ਜੋ ਇਹਦੇ ਸੰਕੇਤ ਅੰਦਾਜ਼ੇ ਨੇ, ਕਿਉਂਕਿ ਇਹ ਜੋਤਿਸ਼ ਲੋਕ ਬੈਠੇ ਬੈਠੇ ਬੜੇ ਦੂਰ ਤੱਕ ਆਪਣੀ ਸੋਚ ਲੈ ਜਾਂਦੇ, ਕਹਿੰਦਾ ਇਹਦੇ ਲੱਛਣਾਂ ਮੁਤਾਬਕ ਸ਼ੁਭ ਮਹੂਰਤ ਦੇ ਮੁਤਾਬਕ ਜੋ ਰਿਜ਼ਲਟ ਮੇਰੇ ਸਾਹਮਣੇ ਆਉਂਦਾ ਹੈ ਕਿ ਇਹਦੇ ਸੀਸ ਉੱਤੇ ਛਤਰ ਝੁਲੇਗਾ। ਪੂਰਬੀ ਨਿਸਾ ਜਨਮ ਪਇਓ ਬਾਰੇ। ਕਿਉਂਕਿ ਇਹਦਾ ਜਨਮ ਜਿਹੜਾ ਉਹ ਪੂਰਬੀ ਰਾਤ ਨੂੰ ਹੋਣਾ ਕੀਤਾ ਹੈ। ਚੱਕਰਵਰਤੀ ਹੋਵੇ ਪਵ ਮਾਹੀ। ਜਾਂ ਤਾਂ ਇਹ ਬਹੁਤ ਵੱਡਾ ਕੋਈ ਚੱਕਰਵਰਤੀ ਹੋਏਗਾ, ਇਹਦੇ ਸਿਰ ਤੇ ਛਤਰ ਝੁਲੇਗਾ, ਇਹ ਪੱਕਾ ਹੈ, ਤੇ ਬੜਾ ਵੱਡਾ ਚੱਕਰਵਰਤੀ ਹੋਵੇਗਾ। ਕਰੇ ਦਿਗ ਵਿਜੈ ਸੰਸੈ ਨਾਹੀ। ਇਹ ਦਿਗ ਵਿਜੈ ਹੋਵੇਗਾ, ਭਾਵੇਂ ਨੂੰ ਕੋਈ ਜਿੱਤ ਨਹੀਂ ਸਕੇਗਾ। ਸੰਸੈ ਸਨਾਹੀ, ਮੇਰੀ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਹੈ। ਜੇ ਕੋਈ ਕਵੇ ਵੀ ਇਹ ਹੋਏਗਾ ਜਾਂ ਨਹੀਂ ਹੋਏਗਾ ਤਾਂ ਪੰਡਤ ਹਰਦਿਆਲ ਮਨ 'ਚ ਕਹਿੰਦਾ ਨਹੀਂ, ਇਹ ਗੱਲ ਪੱਕੀ ਹੈ, ਇਹ ਦਿਗ ਵਿਜੇ ਹੈ ਤੇ ਸੱਚ ਹੈ ਉਹਦੀ ਗੱਲ। ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਜਿੱਤ ਨਾ ਸਕਿਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਸੋ ਆਪਣਾ ਪੰਥ ਨਿਰਾਲਾ। ਸਿੱਧਾਂ ਨੂੰ ਵੀ ਗੁਰੂ ਨਾਨਕ ਨੇ ਜਿੱਤਿਆ, ਜੋਗੀਆਂ ਨੂੰ ਵੀ ਗੁਰੂ ਨਾਨਕ ਨੇ ਜਿੱਤਿਆ, ਪੰਡਤਾਂ ਨੂੰ ਵੀ ਗੁਰੂ ਨਾਨਕ ਨੇ ਜਿੱਤਿਆ, ਵੱਡੇ ਵੱਡੇ ਵਿਦਵਾਨਾਂ ਸਾਧੂਆਂ ਨੂੰ ਗੁਰੂ ਨਾਨਕ ਨੇ ਜਿੱਤਿਆ। ਕੋਈ ਵੀ ਹੰਕਾਰੀ ਸੀ ਜਾਂ ਕੋਈ ਕਿਸੇ ਤਰ੍ਹਾਂ ਦਾ ਭੇਖਧਾਰੀ ਸੀ, ਕੋਈ ਵਿਦਵਾਨ ਸੀ, ਜੋ ਵੀ ਗੁਰੂ ਨਾਨਕ ਸਾਹਮਣੇ ਚਰਚਾ ਵਿਚਾਰ ਕਰਨ ਵਾਸਤੇ ਆਇਆ, ਸਾਰਿਆਂ ਨੂੰ ਗੁਰੂ ਨਾਨਕ ਨੇ ਜਿੱਤ ਲਿਆ ਹੈ। ਸੋ ਇਸ ਤਰ੍ਹਾਂ ਪੰਡਿਤ ਵਿਚਾਰਦਾ ਇਹ ਦਿਗ ਵਿਜੇ ਹੋਵੇਗਾ। ਦਰਸ਼ਨ ਕੀ ਔਰ ਲਾਲਸ ਕੀਨੀ। ਹੁਣ ਮਨ ਦੇ ਵਿੱਚ ਲਾਲਸਾ ਆਈ ਹੈ ਕਿ ਕਿਉਂ ਨਾ ਮੈਂ ਇਸ ਬੱਚੇ ਦੇ ਦਰਸ਼ਨ ਕਰਾਂ। ਐਸਾ ਪ੍ਰਤਾਪੀ ਬੱਚਾ ਤੇ ਜਨਮ ਲੈਂਦਾ ਹੀ ਨਹੀਂ ਛੇਤੀ, ਇਹ ਮਹਾਨ ਅਵਤਾਰ ਆਇਆ, ਮੈਂ ਦਰਸ਼ਨ ਕਰ ਲੈਣੇ ਕਰਾਂ। ਦੇਹ ਸਫਲ ਆਪਣੀ ਦਿਜ ਚੀਨੀ। ਇਸ ਤਰ੍ਹਾਂ ਦਿਜ ਨੇ ਜਾਣਿਆ ਹੈ ਕਿ ਜੇ ਮੈਂ ਦਰਸ਼ਨ ਕਰ ਲਾਂ ਤੇ ਮੇਰੀ ਦੇਹੀ ਜਿਹੜੀ ਉਹ ਸਫਲ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨ ਕਿਤੇ ਦੌਲਤਾਂ ਦਾਈ ਕਰਦੀ ਪਈ ਹੈ। ਹੁਣ ਪੁਰਖਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਪੰਡਤ ਹਰਦਿਆਲ ਅੰਦਰ ਇਹ ਜਿਗਿਆਸਾ ਪੈਦਾ ਹੁੰਦੀ ਹੈ। ਜਿਵੇਂ ਬਾਜਾਂ ਵਾਲੇ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅਵਤਾਰ ਧਾਰਨ ਕੀਤਾ ਹੈ, ਸਾਹਿਬ ਭੀਖਣ ਸ਼ਾਹ ਦੇ ਮਨ 'ਚ ਵੀ ਇਹ ਖਿਆਲ ਮੈਂ ਪਹਿਲਾਂ ਦਰਸ਼ਨ ਦੀਦਾਰ ਕਰਨੇ ਨੇ। ਸੋ ਇਸ ਤਰ੍ਹਾਂ ਪੰਡਤ ਦੇ ਮਨ ਅੰਦਰ ਇਹ ਖਿਆਲ ਆਉਂਦਾ ਹੈ। ਦੋਹਰਾ ਕਾਲੋ ਸੋ ਪੁਨ ਦਿਜ ਕਹੀ ਆਪਣੀ ਦਿਜ ਚੀ। ਕਾਲੋ ਸੋ ਦਿਜ ਪੁਨ ਕਹੀ ਬਾਲਕ ਮੋਹਿ ਦਿਖਾਏ। ਬੜੇ ਪਿਆਰ ਦੇ ਨਾਲ ਪੰਡਿਤ ਜੀ ਮਹਿਤਾ ਕਾਲੂ ਨੂੰ ਕਹਿਣ ਲੱਗੇ ਕਿ ਇਹ ਕਾਲੂ ਜੀ ਬਾਲਕ ਮੁਝੇ ਦਿਖਾਏ। ਜਿਸ ਬਾਲਕ ਨੇ ਜਨਮ ਲਿਆ ਹੈ ਉਹ ਕਿਰਪਾ ਕਰਕੇ ਮੈਨੂੰ ਉਹਦੇ ਦਰਸ਼ਨ ਕਰਾਉਣੇ ਕਰੋ। ਸੁਨ ਕਰ ਦਾਈ ਦੌਲਤਾਂ ਲੀਨੀ ਸਪਤ ਬੁਲਾਏ। ਤੇ ਸੁਣ ਕਰਕੇ ਕਾਲੂ ਜੀ ਨੇ ਉਸੇ ਵੇਲੇ ਦਾਈ ਦੌਲਤਾਂ ਨੂੰ ਆਵਾਜ਼ ਦਿੱਤੀ, ਕੋਲ ਸੱਦਿਆ ਹੈ। ਚੌਪਈ ਬਾਲਕ ਆਨ ਵਿਪਰ ਕੇ ਪਾਸਾ। ਕਹਿਣ ਲੱਗੇ ਇਹ ਦੌਲਤਾਂ ਤੂੰ ਅੰਦਰ ਜਾ ਤੇ ਜਾ ਕੇ ਬਾਲਕ ਨੂੰ ਬੜੇ ਪਿਆਰ ਦੇ ਨਾਲ ਪੰਡਿਤ ਜੀ ਦੇ ਕੋਲ ਲਿਆਉਣਾ ਕਰ, ਇਹਨਾਂ ਨੇ ਬਾਲਕ ਦਾ ਮਸਤਕ ਦੇਖਣਾ ਹੈ। ਤਾਏ ਗਈ ਸੁਨ ਮਧ ਆਵਾਸਾ। ਸੁਣ ਕੇ ਦੌਲਤਾਂ ਦਾਈ ਧਾਏ ਗਈ, ਦੌੜ ਕੇ ਘਰ ਦੇ ਅੰਦਰ ਜਿੱਥੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਉਸ ਮੁਬਾਰਕ ਕਮਰੇ ਵਿੱਚ ਚਲੀ ਗਈ ਹੈ। ਜਾਚਿਓ ਬਾਲਕ ਜਨਨ ਨ ਦੇਈ। ਤੇ ਹੁਣ ਜਾ ਕੇ ਨਾ ਮਾਤਾ ਤ੍ਰਿਪਤਾ ਤੋਂ ਬਾਲਕ ਮੰਗਿਆ ਕਿ ਮਾਤਾ ਤ੍ਰਿਪਤਾ ਜੀ ਉਹ ਦੌਲਤਾਂ ਦਾਈ ਜੋ ਵੀ ਸ਼ਬਦ ਵਰਤਦੀ ਹੋਏਗੀ, ਕਿਉਂਕਿ ਉਮਰ ਵਿੱਚ ਉਹ ਬਹੁਤ ਵੱਡੀ ਹੈ ਮਾਤਾ ਤ੍ਰਿਪਤਾ ਜੀ ਤੋਂ, ਉਹਨੇ ਜੋ ਵੀ ਸ਼ਬਦ ਵਰਤਿਆ ਹੋਏਗਾ
ਬਸ ਕਹਿਣ ਦਾ ਉਹਦਾ ਮੁੱਖ ਕਾਰਨ ਇਹ ਸੀ ਕਿ ਬਾਲਕ ਨੂੰ ਬਾਹਰ ਮੰਗਵਾਇਆ ਜਾ ਰਿਹਾ ਹੈ, ਤੁਸੀਂ ਬਾਲਕ ਦੇ ਦੇਣਾ ਕਰੋ। ਜਿਉ ਕਿਰਪਨ ਤਨ ਪ੍ਰੀਤ ਰਖੇ। ਤੇ ਮਾਤਾ ਤ੍ਰਿਪਤਾ ਜੀ ਇੰਨੇ ਪਿਆਰ ਦੇ ਨਾਲ ਅੱਗੋਂ ਉਸ ਬਾਲਕ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਸੀਨੇ ਲਾ ਲਿਆ। ਕਵੀ ਜੀ ਇੱਕ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਕੋਈ ਬੜਾ ਕੰਜੂਸ ਬੰਦਾ ਹੋਵੇ, ਉਹਨੂੰ ਮੁੱਦਤਾਂ ਬਾਅਦ ਕਿਤੇ ਧਨ ਲੱਭ ਗਿਆ ਹੋਵੇ, ਤੇ ਜਿਵੇਂ ਉਸ ਧਨ ਨੂੰ ਫਿਰ ਸੀਨੇ ਨਾਲ ਲਾ ਰੱਖਦਾ, ਕਿਸੇ ਨੂੰ ਦਿੰਦਾ ਨਹੀਂ ਹੈ। ਇੰਜ ਜਦੋਂ ਦਾਈ ਨੇ ਕਿਹਾ ਕਿ ਬਾਲਕ ਨੂੰ ਮੈਂ ਬਾਹਰ ਲੈ ਕੇ ਜਾਣਾ, ਤਾਂ ਮਾਤਾ ਜੀ ਨੇ ਘੁੱਟ ਸੀਨੇ ਨਾਲ ਲਾ ਲਿਆ। ਕਹਿ ਸਰਦ ਰੁੱਤ ਸਰਦੀ ਲਾਗੈ। ਇਹ ਦੌਲਤਾਂ ਕਿਹੋ ਜੀਆਂ ਭੋਲੀਆਂ ਗੱਲਾਂ ਕਰਦੀ ਐ, ਬਾਹਰ ਇੰਨੀ ਸਰਦੀ ਹੈ, ਕਿੰਨੀ ਠੰਡ ਦਾ ਮੌਸਮ ਹੈ, ਨਾ ਮੈਂ ਤਾਂ ਨਹੀਂ ਬਾਲਕ ਦੇਣਾ, ਜੇ ਮੈਂ ਦੇ ਦਿੱਤਾ ਬਾਹਰ ਸਰਦੀ ਲੱਗ ਜਾਵੇਗੀ ਬੱਚੇ ਨੂੰ, ਮੈਂ ਨਹੀਂ ਬੱਚਾ ਦੇਣਾ। ਕਹਿ ਸਰਦ ਮਿਰਦੁਲ ਬਾਲ ਬਾਹਰ ਕਿਸ ਮੰਗੈ। ਤੇ ਫਿਰ ਨਾਲ ਸਵਾਲ ਕਰਦੀ ਹੈ, ਬਾਹਰ ਕੌਣ ਹੈ ਜਿਹਨੇ ਬਾਲਕ ਨੂੰ ਮੰਗਿਆ? ਪਰਿਵਾਰ ਦੇ ਜੀ ਤਾਂ ਅੰਦਰ ਆ ਕੇ ਦਰਸ਼ਨ ਕਰ ਲੈਣਗੇ, ਮਿਲ ਜਾਣਗੇ, ਬਾਹਰ ਐਸਾ ਕੌਣ ਆ ਗਿਆ ਜਿਹੜਾ ਕਹਿੰਦਾ ਕਿ ਬਾਲਕ ਨੂੰ ਬਾਹਰ ਲੈ ਕੇ ਆਓ, ਮੈਂ ਬਾਹਰ ਮਿਲਣਾ ਹੈ? ਨਹੀਂ, ਬੜੀ ਸਰਦੀ ਹੈ, ਮੈਂ ਇਸ ਤਰ੍ਹਾਂ ਇਸ ਕੋਮਲ ਬਾਲਕ ਨੂੰ ਬਾਹਰ ਨਹੀਂ ਭੇਜ ਸਕਦੀ। ਬਹੁਰ ਬਿਦੁਖ ਹੈ ਬਾਰੰਬਾਰ। ਇਸ ਤਰ੍ਹਾਂ ਬਹੁਰ ਬੇਦੁੱਖ ਹੈ, ਦੌਲਤਾਂ ਤਾਂ ਹੀ ਵਾਰ-ਵਾਰ ਕਹਿੰਦੀ ਹੈ ਕਿ ਨਹੀਂ ਜੀ, ਬਾਲਕ ਨੂੰ ਬਾਹਰ ਲੈ ਕੇ ਜਾਣਾ ਹੈ। ਬਾਹਰ ਪੰਡਿਤ ਹਰਦਿਆਲ ਜੀ ਆਏ ਨੇ, ਕਾਲੂ ਜੀ ਵੀ ਬੈਠੇ ਹੋਏ ਹਨ, ਉਹ ਮੰਗ ਰਹੇ ਨੇ ਬਾਲਕ ਨੂੰ। ਸੋ ਇਸ ਤਰ੍ਹਾਂ ਜਦੋਂ ਦੌਲਤਾਂ ਦਾ ਹੀ ਵਾਰ-ਵਾਰ ਮੰਗਦੀ ਕਹਿ ਰਹੀ ਹੈ, ਜਾਚਿਓ ਦਿਓ ਤਾਤ ਅਤ ਪਿਆਰਾ। ਤੇ ਫਿਰ ਤਾਤ ਮਾਂ ਤ੍ਰਿਪਤਾ ਨੇ ਆਪਣਾ ਤਾਤ ਪੁੱਤਰ ਅਤ ਪਿਆਰਾ, ਜਦੋਂ ਵਾਰ-ਵਾਰ ਦੌਲਤਾਂ ਦਾਈ ਨੇ ਮੰਗਿਆ, ਤੇ ਆਪਣਾ ਅਤ ਪਿਆਰਾ ਪੁੱਤਰ, ਜੋ ਕੱਲਾ ਮਾਂ ਤ੍ਰਿਪਤਾ ਦਾ ਹੀ ਪਿਆਰਾ ਨਹੀਂ ਹੈ, ਜੋ ਸਾਰੇ ਜਗਤ ਦਾ ਪਿਆਰਾ ਹੈ, ਜਿਹਨੂੰ ਹਰ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਪਿਆਰ ਕਰਦਾ ਹੈ, ਜਿਹਨੂੰ ਹਿੰਦੂ ਮੁਸਲਮ ਹਰ ਲੋਕਾਈ ਦਾ ਮਨੁੱਖ ਜੋ ਸ਼ਰਧਾ ਰੱਖਣ ਵਾਲਾ ਹੈ, ਜੋ ਧਰਮ ਨੂੰ ਮੰਨਣ ਵਾਲਾ ਹੈ, ਜੋ ਸਾਰੇ ਗੁਰੂ ਨਾਨਕ ਦੇ ਚਰਨਾਂ ਨੂੰ ਪਿਆਰ ਕਰਦੇ ਨੇ, ਉਹ ਪਿਆਰਾ ਬਾਲਕ ਸਰੂਪ ਸਾਹਿਬ ਗੁਰੂ ਨਾਨਕ ਪਾਤਸ਼ਾਹ ਫਿਰ ਮਾਂ ਤ੍ਰਿਪਤਾ ਨੇ ਦੌਲਤਾਂ ਦਾਈ ਨੂੰ ਦੇ ਦੇਣਾ ਕੀਤਾ। ਲੈ ਕਰ ਦੌਲਤ ਬਾਹਰ ਆਈ। ਹੁਣ ਬੜੇ ਪਿਆਰ ਨਾਲ ਸੋਹਣੇ ਕੋਮਲ ਸਾਫ਼ ਕੱਪੜੇ ਦੇ ਵਿੱਚ ਲਪੇਟ ਕੇ ਬਹੁਤ ਪਿਆਰ ਦੇ ਨਾਲ ਦੌਲਤਾਂ ਦਾਈ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਹੈ। ਤੇ ਇੰਝ ਵੀ ਕਹਿ ਸਕਦੇ ਹਾਂ, ਜਿੱਥੇ ਦੌਲਤਾਂ ਦਾਈ ਨੇ ਸਭ ਤੋਂ ਪਹਿਲਾਂ ਦੀਦਾਰ ਗੁਰੂ ਨਾਨਕ ਪਾਤਸ਼ਾਹ ਦਾ ਕੀਤਾ ਹੈ, ਤੇ ਇਸ ਤੋਂ ਅੱਗੇ ਇਹ ਵੀ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਮੁਬਾਰਕ ਸਰੀਰ ਨੂੰ ਆਪਣੇ ਹਸਤ ਕਮਲਾਂ ਦੇ ਉੱਤੇ ਚੁੱਕ ਕੇ ਜੇ ਥੋੜ੍ਹਾ ਜਿਹਾ ਚੱਲਣ ਦਾ ਸੁਭਾਗ ਮਿਲਿਆ। ਚੱਲਣ ਦਾ ਮੈਂ ਤਾਂ ਜ਼ਿਕਰ ਕਰਾਂ ਕਿਉਂਕਿ ਮਾਂ ਤ੍ਰਿਪਤਾ ਨੇ ਵੀ ਹੱਥਾਂ 'ਤੇ ਚੁੱਕਿਆ, ਪਰ ਉਹ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਉਹਨਾਂ ਨੇ 2 ਕਦਮ ਵੀ ਤੈਅ ਨਹੀਂ ਕੀਤੇ। ਜੇ ਮਹਿਤਾ ਕਾਲੂ ਜੀ ਨੇ ਵੀ ਹੱਥਾਂ ਵਿੱਚ ਸਰੀਰ ਲਿਆ, ਉਹਨਾਂ ਨੇ ਵੀ ਕੋਈ ਬਹੁਤਾ 2-4 ਕਦਮ ਇੱਧਰ ਉੱਧਰ ਨਹੀਂ ਫਿਰਿਆ ਹੋਏਗਾ। ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਸਰੀਰ ਨੂੰ, ਅਕਾਲ ਪੁਰਖ ਦੇ ਸਰਗੁਣ ਸਰੂਪ ਨੂੰ ਇਸ ਧਰਤੀ 'ਤੇ ਆਪਣੇ ਮੁਬਾਰਕ ਹਸਤ ਕਮਲਾਂ ਵਿੱਚ ਲੈ ਕਰਕੇ ਜੇ ਕਿਸੇ ਨੇ ਆਪਣੇ ਕਦਮਾਂ ਦਾ ਕੋਈ 10, 15, 20 ਕਦਮਾਂ ਦਾ ਸਫ਼ਰ ਤੈਅ ਕੀਤਾ ਤਾਂ ਇਹ ਸਭ ਤੋਂ ਪਹਿਲਾ ਸੁਭਾਗ ਜਿਹੜਾ ਦੌਲਤਾਂ ਦਾਈ ਨੂੰ ਪ੍ਰਾਪਤ ਹੋਇਆ। ਤਾਂ ਦੌਲਤਾਂ ਦਾਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਅੰਦਰੋਂ ਲੈ ਕਰਕੇ ਬਾਹਰ ਆਈ ਹੈ। ਆਨਨ ਆਰਨ ਜਾਤ ਸੁਹਾਈ। ਤੇ ਬੜੇ ਪਿਆਰ ਦੇ ਨਾਲ ਵਿਹੜੇ ਦੇ ਵਿੱਚ ਆਈ ਹੈ, ਜਿੱਥੇ ਪੰਡਿਤ ਹਰਦਿਆਲ ਜੀ ਬੈਠੇ ਹੋਏ ਹਨ। ਲਗੁਤਨ ਜੋਤ ਵਿਸਾਲ ਬਿਰਾਜੈ। ਬਹੁਤ ਕੋਮਲ ਕਮਲ ਵਰਗਾ ਸਰੀਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ, ਲਘੂ ਤਨ, ਛੋਟਾ ਜਿਹਾ ਪਾਵਨ ਸਰੀਰ, ਜੋ ਬਹੁਤ ਜਿਸ ਦੇ ਵਿੱਚ ਅਕਾਲ ਪੁਰਖ ਦੀ ਜੋਤੀ ਜਿਹੜੀ ਹੈ ਉਹ ਸੁਭਾਏਮਾਨ ਹੈ। ਚਿਹਰੇ ਦੇ ਉੱਤੇ ਭਾਵੇਂ ਸਰੀਰ ਹਾਲੇ ਕੁਝ ਘੰਟਿਆਂ ਦਾ, ਕੁਝ ਪਹਿਰਾਂ ਦਾ ਹੈ, ਪਰ ਚਿਹਰਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਗਦ-ਗਦ ਕਰਦਾ ਹੈ। ਹੋਵੇ ਵੀ ਕਿਉਂ ਨਾ, ਕਿਉਂਕਿ ਅਕਾਲ ਪੁਰਖ ਦੀ ਜੋਤ ਬਿਰਾਜਮਾਨ ਹੈ। ਜਿਉ ਵਟਿਆ ਖੈ ਰੂਪ ਲਗ ਛਾਜੈ। ਸੋ ਇਸ ਤਰ੍ਹਾਂ ਰੂਪ ਲਗ ਛਾਜੈ, ਜਿਉਂ ਬਟ ਅਖੈ ਰੂਪ ਲਘੂ ਛਾਜੈ। ਕਵੀ ਜੀ ਇੱਕ ਉਦਾਹਰਨ ਦਿੰਦੇ, ਕਹਿੰਦੇ ਜਿਵੇਂ ਛੋਟਾ ਜਿਹਾ ਬੋੜ ਦਾ ਰੁੱਖ ਹੁੰਦਾ ਨਾ, ਤੇ ਉਹ ਜਿਵੇਂ ਬੜਾ ਕੋਮਲ ਜਿਹਾ ਹੁੰਦਾ ਹੈ, ਇਸ ਤਰ੍ਹਾਂ ਹੈ। ਭਾਵੇਂ ਉਸ ਛੋਟੇ ਜਿਹੇ ਰੁੱਖ ਨਾਲ ਗੁਰੂ ਨਾਨਕ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਕਵੀ ਜੀ ਇੱਕ ਅਲੰਕਾਰ ਬੰਨ੍ਹਦੇ ਨੇ। ਜਿਸ ਤਰ੍ਹਾਂ ਇਹਦੇ ਬਾਬਤ ਇੰਜ ਵੀ ਆਉਂਦਾ ਹੈ ਗ੍ਰੰਥਾਂ ਦੇ ਵਿੱਚ ਕਿ ਇਲਾਹਾਬਾਦ ਦੀ ਧਰਤੀ 'ਤੇ ਇੱਕ ਬੋੜ ਦਾ ਰੁੱਖ ਹੈ, ਅੱਜ ਵੀ ਸ਼ਾਇਦ ਉਹ ਹੋਵੇ, ਕਿਉਂਕਿ ਕਵੀ ਜੀ ਨੇ ਜਦੋਂ ਇਹ ਉਦਾਹਰਣ ਦਿੱਤੀ ਉਦੋਂ ਮੌਜੂਦ ਸੀ, ਬਾਅਦ ਦਾ ਨਹੀਂ ਪਤਾ। ਉਹ ਬੜਾ ਛੋਟਾ ਜਿਹਾ ਰੁੱਖ ਹੈ, ਕਹਿੰਦੇ ਬੜੇ ਤੂਫਾਨ ਆਏ, ਬੜੇ ਹੜ੍ਹ ਆਏ, ਬਹੁਤ ਕੁਝ ਉਹਦੇ ਉੱਤੇ ਮੌਸਮਾਂ ਨੇ ਕਹਿਰ ਗੁਜ਼ਾਰਿਆ, ਪਰ ਅੱਜ ਤੱਕ ਨਾ ਉਹ ਟੁੱਟਿਆ, ਨਾ ਉਹਨੂੰ ਕੋਈ ਪੁੱਟ ਸਕਿਆ, ਤੇ ਨਾ ਉਹਦਾ ਕੋਈ ਨੁਕਸਾਨ ਹੋਇਆ, ਨਾ ਉਹ ਵਧਿਆ ਹੈ। ਸੋ ਇਸ ਤਰ੍ਹਾਂ ਕਵੀ ਜੀ ਇੱਕ ਉਦਾਹਰਣ ਦਿੰਦੇ ਨੇ ਉਸ ਰੁੱਖ ਦੇ ਪਰਥਾਏ ਕਿ ਜਿਵੇਂ ਉਹ ਬੋਹੜ ਦਾ ਛੋਟਾ ਜਿਹਾ ਕੋਮਲ ਰੁੱਖ ਹੈ, ਇਸ ਤਰ੍ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਮਲ ਸਰੀਰ ਹੈ। ਦੋਹਰਾ
ਦਿਜਵਰ ਅਤਮਤਵਾਨ ਮਨ ਸਰਬ ਲਿੰਗ ਪਹਿਚਾਨ। ਜਦੋਂ ਬਾਲਕ ਬੜੇ ਪਿਆਰ ਦੇ ਨਾਲ ਲਿਆ ਕੇ ਇਸ ਬ੍ਰਾਹਮਣ ਦੇ ਹੱਥਾਂ 'ਚ ਦਿੱਤਾ ਗਿਆ ਤਾਂ ਇਹਨੇ ਅਜਮਤਵਾਨ ਲਖ, ਇਹਨੇ ਜਾਣ ਲਿਆ ਮਨ ਦੇ ਵਿੱਚ ਕਿ ਵਾਕਈ ਪ੍ਰਤਾਪੀ ਪੁਰਖ ਹੈ, ਇਹ ਕੋਈ ਅਵਤਾਰੀ ਪੁਰਖ ਹੈ। ਮਨ ਦੇ ਵਿੱਚ ਬੜੀ ਸ਼ਰਧਾ ਧਾਰਨ ਕਰਕੇ ਸਰਬ ਲਿੰਗ ਪਹਿਚਾਨ, ਭਾਵ ਸਾਰੇ ਹੀ ਲਕਸ਼ਣ ਜਿਹੜੇ ਨੇ ਉਹ ਸਰੀਰ ਨੂੰ ਦੇਖ ਕੇ ਪਹਿਚਾਨ ਲਏ ਹਨ। ਹੇਰਤ ਉਰ ਹਰ ਖਤ ਸਰਸ ਠਾਂਡਾ ਭਇਓ ਸੁਜਾਨ। ਤੇ ਇਸ ਤਰ੍ਹਾਂ ਜਿਵੇਂ ਹੀ ਬਾਲਕ ਨੂੰ ਦੇਖਿਆ ਠਾਂਡਾ ਭਇਓ ਸੁਜਾਨ, ਸਤਕਾਰ ਦੇ ਵਿੱਚ ਪੰਡਤ ਹਰਦਿਆਲ ਪਲੰਗ ਤੋਂ ਉੱਠ ਕੇ ਖੜਾ ਹੋ ਗਿਆ। ਜਿਵੇਂ ਹੀ ਦੀਦਾਰ ਹੋਏ ਹਨ, ਹੇਰਤ ਔਰ ਹਰਕਤ ਸਰਸ, ਇੱਕ ਸਰੀਰ ਦਾ ਰੋਮ ਜਿਹੜਾ ਹੈ ਉਹ ਹਰਕਸ਼ਿਤ ਹੋ ਗਿਆ ਕਿ ਸ਼ੁਕਰ ਹੈ ਮੈਨੂੰ ਅੱਜ ਦੀਦਾਰ ਹੋਏ ਨੇ। ਹਿਰਦਾ ਗਦਗਦ ਹੋ ਗਿਆ, ਪ੍ਰੇਮ ਵਿੱਚ ਉੱਠ ਖੜਾ ਹੋਇਆ। ਚੌਪਈ ਪੁਲਕਿਓ ਪਰਮ ਪ੍ਰੇਮ ਮੈਂ ਮਨੂਆ। ਤੇ ਮਨੂਆ ਇਹ ਮਨ ਜਿਹੜਾ ਨਾ ਪੁਲਕਿਓ ਪਰਮ ਪ੍ਰੇਮ ਹੈ, ਜਿਵੇਂ ਕਹਿ ਲਓ ਹਿਰਦਾ ਜਿਹੜਾ ਪ੍ਰੇਮ ਵਿੱਚ ਉਛਲ ਆਇਆ ਹੈ। ਬੰਧਨ ਕਰ ਜਾਣਿਓ ਨਿਜ ਧਨੂਆ। ਤੇ ਪਹਿਲੀ ਦਫਾ ਇਹਦੀ ਜ਼ਿੰਦਗੀ 'ਚ ਇਹ ਖੇਡ ਹੋਈ ਹੈ, ਕਿਉਂਕਿ ਇਹਨੇ ਵੀ ਬੜੇ ਬੱਚਿਆਂ ਦੇ ਨਾਂ ਰੱਖੇ ਹੋਣੇ ਨੇ, ਬੜੇ ਬੱਚਿਆਂ ਦੀਆਂ ਇਹਨੇ ਜਨਮ ਪੱਤਰੀਆਂ ਬਣਾਈਆਂ ਹੋਣੀਆਂ, ਪਰ ਕਦੀ ਨਹੀਂ ਇਹਨੇ ਕਿਸੇ ਬਾਲਕ ਦੇ ਚਰਨਾਂ ਤੇ ਜਾ ਕੇ ਮਸਤਕ ਰੱਖਿਆ ਹੋਏਗਾ, ਕਦੀ ਨਹੀਂ ਇਹਨੇ ਕਿਸੇ ਬੱਚੇ ਅੱਗੇ ਜਾ ਕੇ ਸੀਸ ਨਿਵਾਇਆ ਹੋਏਗਾ। ਅੱਜ ਇਹਦੀ ਵੀ ਜ਼ਿੰਦਗੀ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਇਹਨੇ ਜਿਵੇਂ ਹੀ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ, ਇਹਦਾ ਹਿਰਦਾ ਗਦਗਦ ਹੋਇਆ, ਮਨ ਦਾ ਚਾਅ ਸੰਭਾਲਿਆ ਨਹੀਂ ਜਾਂਦਾ। ਸ਼ਰਧਾ ਵਿੱਚ ਇੰਨਾ ਆਇਆ ਕਿ ਇਹਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ। ਜਿਉ ਜਨ ਇਸ਼ਟ ਦੇਵ ਕੋ ਦੇਖੀ। ਤੇ ਇਸ ਤਰ੍ਹਾਂ ਇਹਦੀ ਸ਼ਰਧਾ ਹੈ, ਮਾਨੋ ਜਿਵੇਂ ਕੋਈ ਭਗਤ ਆਪਣੇ ਇਸ਼ਟ ਨੂੰ ਵੇਂਦਾ ਹੈ, ਜਿਸ ਦੀ ਵੀ ਉਹ ਭਗਤੀ ਕਰਦਾ ਹੋਵੇ, ਜਦੋਂ ਆਪਣੇ ਭਗਵਾਨ ਨੂੰ ਸਾਹਮਣੇ ਵੇਖਦਾ ਹੈ ਤਾਂ ਤਿਉਰ ਮੈਂ ਪਾ ਮੋਦ ਵਿਸੇਖੀ। ਜਿਵੇਂ ਉਸ ਭਗਤ ਦੇ ਹਿਰਦੇ 'ਚ ਖੁਸ਼ੀ ਹੁੰਦੀ ਨਾ ਕਿ ਮੇਰਾ ਇਸ਼ਟ ਸਾਹਮਣੇ ਆ ਗਿਆ, ਇੰਜ ਅੱਜ ਪੰਡਤ ਹਰਦਿਆਲ ਦੇ ਹਿਰਦੇ 'ਚ ਖੁਸ਼ੀ ਹੈ ਕਿ ਮੈਂ ਜਿਸ ਪਰਮਾਤਮਾ ਨੂੰ ਸਾਰੀ ਜ਼ਿੰਦਗੀ ਅਰਾਧਿਆ, ਅੱਜ ਉਹ ਪਰਮਾਤਮਾ ਮੇਰੇ ਸਾਹਮਣੇ ਆਇਆ ਹੈ। ਸਭ ਅੰਗਨ ਕੇ ਸੁੰਦਰ ਲੱਛਣ। ਹੁਣ ਸਰੀਰ ਦੇ ਸਾਰੇ ਅੰਗ ਜਿਹੜੇ ਹਨ ਉਹਨਾਂ ਦੇ ਸੋਹਣੇ ਸੁੰਦਰ ਲੱਛਣ ਵੇਖਣ ਲੱਗਾ। ਲਗਿਓ ਬਿਲੋਕਨ ਵਿਪਰ ਵਿਚਛਣ। ਬਹੁਤ ਤੀਕਸ਼ਣ ਬੁੱਧੀ ਦਾ ਮਾਲਕ ਇਹ ਬ੍ਰਾਹਮਣ ਜਿਹੜਾ ਇਹ ਧਿਆਨ ਦੇ ਨਾਲ ਸਾਰਾ ਕੁਝ ਪਰਖਣ ਲੱਗਾ। ਅਰੁਣ ਚਰਨ ਬਰ ਮਿਰਦੁਲ ਸੁਹਾਵੇ। ਗਰੀਬ ਨਵਾਜ ਸਾਹਿਬ ਪਾਤਸ਼ਾਹ ਜੀ ਦੇ ਸੋਹਣੇ ਲਾਲ ਕਮਲਾਂ ਵਰਗੇ ਚਰਨ ਨੇ, ਐਨ ਲਾਲ ਸੁਰਖ ਚਰਨ ਨੇ। ਹਜੂਰ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਵੀ ਕਿਸੇ ਚੀਜ਼ ਨਾਲ ਨਹੀਂ ਦੇ ਸਕਦੇ, ਕਿਉਂਕਿ ਸੰਸਾਰ ਦੀ ਕੋਈ ਚੀਜ਼ ਹੈ ਹੀ ਨਹੀਂ ਜਿਹੜੀ ਮੇਰੇ ਗੁਰੂ ਬਾਬੇ ਦੇ ਚਰਨਾਂ ਦਾ ਮੁਕਾਬਲਾ ਕਰ ਸਕਦੀ ਹੋਵੇ। ਸੋ ਇਸ ਤਰ੍ਹਾਂ ਬਿਲਕੁਲ ਲਾਲ ਸੁਰਖ ਚਰਨ ਹਨ। ਜਿਮਦਲ ਕੋਕ ਨਦੰ ਦੁੱਤ ਪਾਵੇ। ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਕਮਲ ਹੈ, ਸਿਰਫ ਇੱਕ ਬਾਹਰੀ ਅਲੰਕਾਰ, ਇੱਕ ਅੰਗੀ ਪ੍ਰੀਤ ਦੀ ਉਦਾਹਰਣ ਦੇ ਕੇ ਕਵੀ ਜੀ ਕਹਿੰਦੇ ਜਿਵੇਂ ਕਮਲ ਜਿਹੜਾ ਉਹ ਬੜੀ ਸ਼ੋਭਾ ਪਾਉਂਦਾ ਹੈ। ਪੁਜੇ ਅਜਾਨ ਕੰਦ ਸੁਬੂਚੇ। ਤੇ ਹਜੂਰ ਪਾਤਸ਼ਾਹ ਜੀ ਦੀ ਪੁਜ ਅਜਾਨ, ਪਾਤਸ਼ਾਹ ਜੀ ਦੀਆਂ ਜਿਹੜੇ ਮੁਬਾਰਕ ਹਸਤ ਕਮਲ ਤੇ ਫਿਰ ਸਾਹਿਬ ਦੀਆਂ ਜਿਹੜੀਆਂ ਬਾਹਾਂ ਨੇ ਅਜਾਨ ਨੂੰ ਗੋਡਿਆਂ ਤੱਕ ਹਨ। ਤੇ ਗਰੀਬ ਨਵਾਜ ਪਾਤਸ਼ਾਹ ਜੀ ਹਸਤ ਜਿਹੜੇ ਨੇ ਉਹ ਬੜੇ ਪਿਆਰੇ ਨੇ। ਚਰਨਾਂ ਦੇ ਛੋਟੇ ਛੋਟੇ ਨਾਖੂਨ ਨੂੰ ਕਵੀ ਜੀ ਕਹਿੰਦੇ ਨੇ ਪਿਛਲੀ ਪੰਕਤੀ ਅੰਦਰ ਕਿ ਜਿਵੇਂ ਹੀਰੇ ਜੜੇ ਹੁੰਦੇ ਨੇ, ਇੰਜ ਕਹਿ ਲਓ ਜਿਵੇਂ ਆਕਾਸ਼ ਦੇ ਤਾਰੇ ਜਿਹੜੇ ਨੇ ਉਹ ਜੜੇ ਹੋਣ, ਇੰਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਛੋਟੇ ਛੋਟੇ ਨੌ ਨੇ, ਬਹੁਤ ਸੂਖਮ ਜੇ, ਪਰ ਇੰਜ ਲੱਗਦਾ ਜਿਵੇਂ ਸਾਰੀ ਸ੍ਰਿਸ਼ਟੀ ਦੇ ਹੀਰੇ ਜਾਂ ਆਕਾਸ਼ ਵਿੱਚ ਚਮਕਦੇ ਤਾਰੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਚਰਨਾਂ ਵਿੱਚ ਲਿਆ ਜੜੇ ਹੋਣ। ਸਾਹਿਬ ਪਾਤਸ਼ਾਹ ਜੀ ਦੇ ਸੋਹਣੇ ਮੁਬਾਰਕ ਹਸਤ ਜਿਹੜੇ ਨੇ ਉਹ ਗੋਡਿਆਂ ਤੱਕ ਲੰਬੀਆਂ ਬਾਹਾਂ ਹਨ। ਕਰਜ ਅਰੁਣ ਜਿਉ ਨਗ ਹੋਏ ਸੂਚੇ। ਇਸ ਤਰ੍ਹਾਂ ਕਰਜ ਅਰੁਣ ਜਿਉ ਨਗ ਹੋਏ ਸੂਚੇ, ਇਹ ਨੌ ਇੰਜ ਨੇ ਜਿਵੇਂ ਸੁੱਚੇ ਨਗ ਪਰੋਏ ਪਏ ਹੁੰਦੇ ਹਨ। ਕਰ ਸਾਖਾ ਇੱਕ ਸਾਰ ਵਿਸਾਲਾ। ਹੱਥਾਂ ਦੀਆਂ ਮੁਬਾਰਕ ਉਂਗਲੀਆਂ ਜਿਹੜੀਆਂ ਨੇ ਬਿਲਕੁਲ ਇੱਕ ਸਾਰ ਹਨ। ਆਜੁਤ ਸੋਵਤ ਛਬ ਛਾਲਾ। ਬਹੁਤ ਸੋਹਣੀ ਛਵੀ ਜਿਹੜੀ ਉਹ ਪ੍ਰਾਪਤ ਕਰ ਰਹੀਆਂ ਹਨ। ਦਾਹਨ ਕਰ ਮੈਂ ਚਮਰ ਬਣਾਵਾ। ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਸੱਜਾ ਹੱਥ ਹੈ ਨਾ, ਪੰਡਤ ਨੇ ਹੌਲੀ ਜਿਹਾ ਤਲੀ ਖੋਲ ਕੇ ਦੇਖਿਆ, ਭਾਵੇਂ ਬਹੁਤੀਆਂ ਰੇਖਾਵਾਂ ਨਹੀਂ ਹੁੰਦੀਆਂ ਬੱਚੇ ਦੇ ਹੱਥ ਵਿੱਚ, ਪਰ ਉਹਨੇ ਜੋ ਦੇਖਿਆ ਕਿ ਸਾਹਿਬ ਪਾਤਸ਼ਾਹ ਜੀ ਦੇ ਸੱਜੇ ਹੱਥ ਦੇ ਵਿੱਚ ਚਵਰ ਦਾ ਨਿਸ਼ਾਨ ਹੈ, ਚੌਰ ਸਾਹਿਬ ਦਾ ਨਿਸ਼ਾਨ ਬਣਿਆ ਹੈ। ਛਤਰ ਬਾਮ ਮੈਂ ਰੁਚਰ ਸੁਹਾਵਾ। ਤੇ ਛਤਰ ਬਾਮ ਮੈਂ ਭਾਵ ਖੱਬੇ ਹੱਥ ਦੀ ਤਲੀ ਦੇ ਵਿੱਚ ਸੋਹਣਾ ਛਤਰ ਬਣਿਆ ਹੋਇਆ ਹੈ। ਕੋਮਲ ਗੋਲ ਕਪੋਲ ਸੁਹਾਵਨ। ਸਾਹਿਬ ਪਾਤਸ਼ਾਹ ਜੀ ਦੀਆਂ ਕੋਮਲ ਗੋਲ ਗੋਲ ਗੱਲਾਂ ਹਨ, ਐਨ ਚਿਹਰਾ ਜਿਹੜਾ ਉਹ ਦਗ ਦਗ ਕਰਦਾ ਹੈ,
ਤੇ ਚਿਹਰਾ ਬੜਾ ਭਰਿਆ ਭਰਿਆ ਹੈ, ਜਿਵੇਂ ਕੋਈ ਬੜਾ ਤੰਦਰੁਸਤ ਬੱਚਾ ਅੱਜ ਜਨਮ ਲਵੇ ਤੇ ਜਿਵੇਂ ਉਹਦਾ ਚਿਹਰਾ ਬੜਾ ਮੋਟਾ ਭਰਿਆ ਹੁੰਦਾ ਹੈ, ਇੰਜ ਪਾਤਸ਼ਾਹ ਜੀ ਦਾ ਚਿਹਰਾ ਜਿਹੜਾ ਉਹ ਬੜਾ ਗੋਲ ਮਟੋਲ ਚਿਹਰਾ, ਐਨ ਲਾਲ ਸੁਰਖ। ਪਾਤਸ਼ਾਹ ਜੀ ਦੀਆਂ ਗੱਲਾਂ ਬੜੀਆਂ ਗੋਲ ਹਨ। ਉਨਤ ਨਾਸਕਾ ਮੋਦ ਵਡਾਵਨ, ਤੇ ਫਿਰ ਨਾਸਿਕਾ ਜਿਹੜੀ ਉਹ ਥੋੜੀ ਜੀ ਉਤਾਂ ਨੂੰ ਉੱਠੀ ਹੋਈ ਹੈ। ਅਰਧੰ ਚੰਦਰਕਾਰ ਲਿਲਾਰੰ, ਤੇ ਸਹਿਬ ਪਾਤਸ਼ਾਹ ਜੀ ਦਾ ਜਿਹੜਾ ਮਸਤਕ ਹੈ ਨਾ ਉਹ ਅਰਧ ਚੰਦਰਕਾਕਾਰ, ਜਿਵੇਂ ਅੱਧਾ ਚੰਦਰਮਾ ਹੁੰਦਾ ਨਾ ਇਸ ਤਰ੍ਹਾਂ ਅੱਧੇ ਚੰਦਰਮਾ ਵੱਤ ਬਣਿਆ ਹੈ। ਤਨ ਪ੍ਰਕੁਟੀ ਸੋ ਕਰੰਚਿਬਨ ਬਾਰੰ, ਤੇ ਸਹਿਬ ਪਾਤਸ਼ਾਹ ਜੀ ਦੇ ਜਿਹੜੇ ਪ੍ਰਕੁਟੀ ਭਾਵ ਇਹ ਦੋਨੋਂ ਪਰਵੱਟੇ ਜਿਹੜੇ ਨੇ ਇਹ ਬੜੇ ਪਿਆਰੇ ਹਨ। ਮਸਤਕ ਅਰਧ ਚੰਦਰਮਾ ਵਰਗਾ ਹੈ ਤੇ ਪਰਪੱਟੇ ਜਿਹੜੇ ਬਿਨ ਬਾਰੰ ਭਾਵ ਇਹਨਾਂ ਤੇ ਕੇਸ ਨਹੀਂ ਹਨ, ਵਾਲ ਨਹੀਂ ਹਨ, ਪਰ ਪਰਵੱਟੇ ਬਹੁਤ ਸੋਹਣੇ ਪਿਆਰੇ ਜਾਪਦੇ ਪਏ ਹਨ। ਸੁਨ ਕਾਲੋ ਸੁਤ ਤੋਹੇ ਵਿਚਛਨ, ਤੇ ਬੜੇ ਪਿਆਰ ਨਾਲ ਹਰਦਿਆਲ ਜੀ ਕਹਿੰਦੇ ਕਾਲੂ ਸੁਣ, ਤੇਰੇ ਸੁਪੁੱਤਰ ਦੇ ਵਿੱਚ ਬਹੁਤ ਸ਼ੁਭ ਲੱਛਣ ਹਨ। ਇਸ ਮੈਂ ਲਿਖਿਓ ਤਬਤ ਸੋ ਲੱਛਣ, ਕਿਸੇ ਵਿੱਚ 2-4 ਮਸਾਂ ਹੁੰਦੇ ਨੇ ਬੜੀ ਮੁਸ਼ਕਲ ਦੇ ਨਾਲ, ਪਰ ਤੇਰੇ ਇਸ ਬਾਲਕ ਦੇ ਵਿੱਚ ਮੈਂ 32 ਸ਼ੁਭ ਲੱਛਣ ਜਿਹੜੇ ਨੇ, ਜਿਹੜੇ ਕਿਸੇ ਅਵਤਾਰੀ ਰਹਿਬਰ ਦੇ ਵਿੱਚ ਹੁੰਦੇ ਨੇ, ਉਹ 32 ਦੇ 32 ਲੱਛਣ ਜਿਹੜੇ ਨੇ ਤੇਰੇ ਇਸ ਬਾਲਕ ਵਿੱਚ ਮੈਂ ਦੇਖੇ ਹਨ। ਕਰ ਤਰਵਾਏ ਉਰਧ ਆਈ, ਇਸ ਤਰ੍ਹਾਂ ਊਰਧ ਆਈ ਭਾਵ ਕਿ ਇਹ ਸਾਰਾ ਕੁਝ ਬੜੀ ਨਿਮਰਤਾ ਦੇ ਵਿੱਚ ਆ ਕਰਕੇ ਕਰ ਤਰਵਾਏ ਊਰਧ ਆਈ। ਸੋ ਇਸ ਤਰ੍ਹਾਂ ਲੈ ਕਰਕੇ ਦੌਲਤਾਂ ਦਾਈ ਆ ਗਈ ਹੈ। ਤਨ ਬੋ ਆਏ ਰਖੇ ਟਿਗਨਾਹੀ, ਸੋ ਖੈਰ ਇਸ ਤਰ੍ਹਾਂ ਕਹਿ ਰਿਹਾ ਹੈ ਪੰਡਤ ਹਰਦਿਆਲ, ਕਰ ਤਲ ਆਏ ਊਰਧ ਨਾਈ। ਕਹਿੰਦਾ ਇਹਦੇ ਹੱਥ ਦੀ ਤਲੀ ਜਿਹੜੀ ਹੈ ਨਾ ਊਰਧ ਆਈ, ਉਹ ਤਾਂ ਨੂੰ ਉੱਠੀ ਹੋਈ ਹੈ। ਤੇ ਕਹਿੰਦਾ ਮੇਰਾ ਜੋਤਿਸ਼ ਇਹ ਕਹਿੰਦਾ ਹੈ ਬਹੁਤ ਧਨ ਆਏ ਰਖੇ ਟਿਗਨਾਹੀ, ਇਹਦੇ ਕੋਲ ਬਹੁਤ ਧਨ ਆਏਗਾ ਪਰ ਇਹਨੇ ਕੁਝ ਵੀ ਆਪਣੇ ਕੋਲ ਨਹੀਂ ਰੱਖਣਾ, ਇਹ ਗਰੀਬ ਗੁਰਬਿਆਂ ਦੇ ਵਿੱਚ ਵੰਡ ਦਿਆ ਕਰੇਗਾ। ਪੜਿਓ ਸਮੁੰਦਰਕ ਮੈਂ ਬਹੁ ਸੋਧ, ਮੈਂ ਜਿਹੜਾ ਸਮੁੰਦਰਿਕ ਗ੍ਰੰਥ ਪੜ੍ਹਿਆ ਜੋ ਜੋਤਿਸ਼ ਵਿਦਿਆ ਦਾ ਸਾਰਿਆਂ ਤੋਂ ਮਹਾਨ ਗ੍ਰੰਥ ਹੈ, ਕਹਿੰਦਾ ਮੈਂ ਸਾਰਾ ਪੜ੍ਹਿਆ, ਬੜੇ ਧਿਆਨ ਨਾਲ ਪੜ੍ਹਿਆ ਤੇ ਮੈਂ ਉਸ ਮੁਤਾਬਕ ਸਭ ਕੁਝ ਸੋਧ ਲਿਆ ਹੈ। ਸੁਭ ਗੁਣ ਸਭ ਇਸ ਮੈਂ ਕੈ ਪ੍ਰੋਧਾ, ਇਸ ਤਰ੍ਹਾਂ ਪ੍ਰੋਧਾ ਪੰਡਤ ਹਰਦਿਆਲ ਕਹਿੰਦਾ ਕਿ ਇਹ ਕਾਲੂ ਜੀ ਸਾਰੇ ਸ਼ੁਭ ਗੁਣ 32 ਦੇ 32 ਲੱਛਣ ਇਹ ਸਾਰੇ ਤੇਰੇ ਇਸ ਪੁੱਤਰ ਦੇ ਵਿੱਚ ਹਨ। ਇਹ ਕੋਈ ਅਵਤਾਰੀ ਹੈ, ਇਹ ਪਰਮੇਸ਼ਰ ਦਾ ਭੇਜਿਆ ਹੈ, ਇਹ ਪਰਮੇਸ਼ਰ ਸਰੂਪ ਹੈ, ਇਹਨੇ ਬਹੁਤ ਵੱਡੇ ਪਰਉਪਕਾਰ ਕਰਨੇ ਨੇ, ਇਹ ਦੁਨੀਆ ਦਾ ਦੁੱਖ ਦਰਦ ਵੰਡਾਉਣ ਵਾਸਤੇ ਆਇਆ ਹੈ। ਮਹਿਮਾ ਅਮਿਤ ਮਨੈ ਮਹਿਮਾਨੀ, ਇਸ ਤਰ੍ਹਾਂ ਮੈਂ ਆਪਣੇ ਮਨ ਦੇ ਵਿੱਚ ਇਹਦੀ ਮਹਾਨ ਮਹਿਮਾ ਮੰਨ ਲਈ ਹੈ। ਹੈ ਅਵਤਾਰ ਸਤ ਚਿਤ ਜਾਨੀ, ਤੇ ਮੈਂ ਜਾਣ ਲਿਆ ਇਹ ਅਵਤਾਰ ਹੈ, ਸਤ ਚਿਤ ਪਰਮੇਸ਼ਰ ਸਰੂਪ ਹੈ। ਦਿਜ ਦਰਸਾਏ ਸਰਾਧ ਕਰਵਾਇਓ, ਸੋ ਇਸ ਤਰ੍ਹਾਂ ਧਾਏ ਟਿਗ ਮਾਤਾ, ਇਸ ਤਰ੍ਹਾਂ ਪੰਡਤ ਜੀ ਨੂੰ ਦਰਸ਼ਨ ਕਰਵਾ ਕੇ ਤੇ ਦੌਲਤਾਂ ਦਾਈ ਫਿਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਾਪਿਸ ਮਾਂ ਤ੍ਰਿਪਤਾ ਕੋਲ ਲੈ ਗਈ ਹੈ। ਦੀਨੋ ਜਾਏ ਸੁ ਸੁੰਦਰ ਤਾਤਾ, ਫਿਰ ਜਾ ਕਰਕੇ ਸੋਹਣਾ ਸੁੰਦਰ ਬਾਲਕ ਸਾਹਿਬ ਗੁਰੂ ਨਾਨਕ ਮਾਂ ਤ੍ਰਿਪਤਾ ਨੂੰ ਜਾ ਕਰਕੇ ਦੌਲਤਾਂ ਦਾਈ ਨੇ ਸੌਂਪ ਦਿੱਤਾ ਹੈ। ਸੋ ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦੀਦਾਰ ਪੰਡਤ ਹਰਦਿਆਲ ਨੇ ਕੀਤੇ ਨੇ। ਫਿਰ ਇਸ ਤੋਂ ਅੱਗੇ ਜਿਵੇਂ ਆਦੇਸ਼ ਕਰੇਗਾ, ਫਿਰ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਰੱਖੇਗਾ, ਜੋ ਜੋ ਲਕਸ਼ਣ ਨੂੰ ਅੱਗੇ ਬਿਆਨ ਕਰੇਗਾ, ਸਾਹਿਬ ਦੇ ਬਾਲ ਕੌਤਕ ਜਿਹੜੇ ਨੇ ਸੋ ਆਪਾਂ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਾਹਿਬ ਗਰੀਬ ਨਵਾਜ ਸਮੱਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਸੋ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਅੰਦਰ ਜੋ ਪ੍ਰਭਾਤ ਫੇਰੀਆਂ ਦੀ ਪ੍ਰਾਰੰਭਤਾ ਹੋਈ ਹੈ, ਸੋ ਕੱਲ੍ਹ ਦੀ ਪਾਵਨ ਪ੍ਰਭਾਤ ਫੇਰੀ ਜਿਹੜੀ ਹੈ ਉਹ 4:30 ਵਜੇ ਤਖਤ ਸਾਹਿਬ ਜੀ ਤੋਂ ਆਰੰਭ ਹੋ ਕਰਕੇ ਗੁਰਦੁਆਰਾ ਗੁਰੂ ਕਾ ਬਾਗ ਜਾਏਗੀ ਅਤੇ ਉਸ ਤੋਂ ਵਾਪਸ ਫਿਰ ਸ਼ਬਦ ਕੀਰਤਨ ਕਰਦਿਆਂ ਗੁਰੂ ਕਾ ਬਾਗ ਦਰਸ਼ਨ ਦੀਦਾਰ ਕਰਦਿਆਂ ਫਿਰ ਵਾਪਸ ਤਖਤ ਸਾਹਿਬ ਆਏਗੀ। ਸੋ ਆਪ ਜਿੰਨੀਆਂ ਵੀ ਸੰਗਤਾਂ ਦਰਸ਼ਨ ਕਰਨ ਵਾਸਤੇ ਆਏ ਹੋ ਜਾਂ ਜਿਤਨੇ ਵੀ ਆਵਾਜ਼ ਸੁਣ ਰਹੇ ਹੋ, ਜੋ ਵੀ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਦੀ ਇਸ ਪਾਵਨ ਪ੍ਰਭਾਤ ਫੇਰੀ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆਂ ਕਰਿਓ ਜੀ। ਇਹਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਦੀ ਖਿਮਾ, ਹਜੂਰ ਸਮੱਤ ਦੀ ਦਾਤ ਬਖਸ਼ ਨਿਵਾਜਣਾ ਕਰਨਾ। ਮਹਿਮਾ ਅਮਿਤ ਮਨੈ ਮਹਿਮਾਨੀ, ਹੈ ਅਵਤਾਰ ਸਤ ਚਿਤ ਜਾਨੀ, ਦਿਜ ਦਰਸਾਏ ਤਾਏ ਟਿਗ ਮਾਤਾ, ਦੀਨੋ ਜਾਏ ਸੋ ਸੁੰਦਰ ਤਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।